ਤੁਸੀਂ 10-12 ਸਾਲਾਂ ਤੋਂ ਤੁਸੀਂ ਕੰਮ ਕਰਦੇ ਹੋ ਤੇ ਪੁਰਾਣੀਆਂ ਤਕਨੀਕਾਂ ਨੇ, ਕਿੰਨਾ ਕੁ ਫਰਕ ਪੈ ਗਿਆ ਲੋਕਾਂ ਦੇ ਰੁਝਾਨ ਦਾ ਜੇ ਦੇਖਿਆ ਜਾਵੇ ਪਹਿਲਾਂ ਤੇ ਹੁਣ ਦੇ ਵਿੱਚ? ਕਿੰਨਾ ਕੁ ਤੁਸੀਂ ਫਰਕ ਸਮਝਦੇ ਹੋ ਵੀ ਕਿੰਨੇ ਕੁ ਲੋਕ ਘਟੇ ਨੇ? ਜਿਹੜਾ 15 ਸਾਲ ਤੋਂ ਪਹਿਲਾਂ ਹੁਣ ਕੰਮ ਆ ਉਦੋਂ ਦੁੱਗਣਾ ਹੋ ਗਿਆ। ਜਿਹੜੀ ਮਸ਼ੀਨੀ ਯੁੱਗ ਆ ਉਹ ਹੋਰ ਚੀਜ਼ ਆ, ਜਿਹੜਾ ਹੱਥੀਂ ਆਪਦੇ ਤਿਆਰ ਕਰਨਾ ਉਹ ਹੋਰ ਚੀਜ਼ ਆ। ਤੇ ਇਹ ਤੁਸੀਂ ਜਿਹੜੇ ਆਮ ਅੱਜ ਕੱਲ੍ਹ ਮੁੱਲ ਦੇ ਖਰੀਦ ਕੇ ਲੋਕ ਦੇ ਦਿੰਦੇ ਆ, ਉਹਨੂੰ ਤੇ ਇਹਨਾਂ ਨੂੰ ਕਿੰਨਾ ਕੁ ਫਰਕ ਸਮਝਦੇ ਹੋ ਵੀ ਇਹ ਚੰਗੇ ਉਹਨਾਂ ਨਾਲ? ਚੀਜ਼ ਵਧੀਆ ਹੁੰਦੀ ਹੈ ਵੀਰੇ, ਘਰ ਦੀ ਪਸੰਦ ਦੀ ਬਣਾਈ ਹੁੰਦੀ ਹੈ। ਇਹ ਜਦੋਂ ਪੱਕ ਗਏ ਨੇ, ਪੱਕ ਕੇ ਇਹਨਾਂ ਨੂੰ ਠੰਡਾ ਕੀਤਾ ਜਾਂਦਾ ਤਾਂ ਕਿ ਗਰਮ ਟਰੇ ਹੱਥਾਂ 'ਚ ਨਾ ਲੱਗੇ, ਔਰ ਉਸ ਦੇ ਬਾਅਦ ਵਿੱਚ ਇੱਕ ਟੋਕਰੇ ਦੇ ਵਿੱਚ ਇਹਨਾਂ ਨੂੰ ਪਾਇਆ ਜਾਂਦਾ। ਔਰ ਜਿਨ੍ਹਾਂ ਨੇ ਬਿਸਕੁਟ ਕਢਾਏ ਹੁੰਦੇ ਨੇ ਉਹ ਆਪਣਾ ਜੋ ਵੀ ਸਾਧਨ ਲੈ ਕੇ ਆਏ ਹੁੰਦੇ ਨਾਲ, ਚਾਹੇ ਉਹ ਪੀਪਾ ਹੋਵੇ, ਚਾਹੇ ਕੋਈ ਵੱਡਾ ਬਾਕਸ, ਚਾਹੇ ਕੋਈ ਡਰਮ, ਉਹਦੇ ਵਿੱਚ ਆਪਣੇ ਕੰਨਿਓ ਉਹ ਪਾ ਲੈਂਦੇ ਨੇ। ਕੀ ਇਹਨੂੰ ਆਪਾਂ ਕੀ ਕਹਿ ਸਕਦੇ ਹਾਂ? ਇੱਕ ਤਿਉਹਾਰ ਨੂੰ ਇਹਨੂੰ ਪਿਆਰ ਕਹਿ ਸਕਦੇ ਹਾਂ, ਇੱਕ ਦੂਜੇ ਦਾ ਮਿਲਣ ਦਾ ਜੀ, ਵੀ ਆਪਣੀ ਧੀ ਨੂੰ ਮਿਲਣ ਜਾਣਾ ਜਾਂ ਰਿਸ਼ਤੇਦਾਰ ਨੂੰ, ਇਹਨੂੰ ਕੀ ਨਾਮ ਦੇ ਸਕਦੇ ਹੋ ਤੁਸੀਂ ਸਾਉਣ ਦੇ ਮਹੀਨੇ ਦੇ? ਵੀ ਸੰਧਾਰਾ ਦੇ ਕੇ ਆਉਂਦੇ ਆ ਆਪਣੀਆਂ ਕੁੜੀਆਂ ਨੂੰ, ਤੇ ਫਿਰ ਉਹਦੇ ਨਾਲ ਮਿਲਣ ਵੀ ਜਾਇਆ ਜਾਂਦਾ ਤੇ ਬੱਚਿਆਂ ਦਾ ਚਾਅ ਵੀ ਪੂਰਾ ਹੋ ਜਾਂਦਾ ਵੀ ਸਾਡੇ ਮਾਪੇ ਬਿਸਕੁਟ ਲੈ ਕੇ ਆਏ ਸਾਡੇ ਵਾਸਤੇ। ਉੱਥੇ ਰੂਟੀਨ ਦੇ ਵਿੱਚ 1-2 ਘੰਟੇ ਆਰਾਮ ਨਾਲ ਲੱਗ ਜਾਂਦਾ। ਇੱਥੇ ਕਿੰਨਾ ਟਾਈਮ ਲੱਗਦਾ ਗੁੰਨਣ ਤੋਂ ਲੈ ਕੇ, ਵਿਧੀ ਤਿਆਰ ਕਰਨ ਤੋਂ ਲੈ ਕੇ ਬਣਾਉਣ ਤੱਕ? ਇਹਦਾ ਮਤਲਬ 15-20 ਮਿੰਟ ਦਾ ਕੰਮ ਹੈ ਜੀ। ਕਿੰਨਾ ਚਿਰ ਵੇਟ ਕਰਦੇ ਹੋ ਵੀ ਠੰਡੀ ਹੋਵੇਗੀ ਫੇਰ ਕੱਢੀਏ? ਇਸ ਤਰ੍ਹਾਂ 10-15 ਮਿੰਟ ਲੱਗਦੇ ਠੰਡੀ ਹੋਣ ਨੂੰ। ਜ਼ਿਆਦਾਤਰ ਇਹ ਪੱਖਾ ਲਾ ਦਿੰਦੇ, ਛੇਤੀ ਠੰਡੀ ਹੋ ਜਾਂਦੀ ਹੈ। ਉਸ ਤੋਂ ਛੇਤੀ ਨੂੰ ਗਾਹਕ ਨੂੰ ਛੇਤੀ ਕਰਦਾ, ਆਪਾਂ ਵੀ ਗਾਹਕ ਨੂੰ ਛੇਤੀ ਤੋੜ ਦਿੰਦੇ ਹਾਂ ਉਹਨੂੰ। ਪੁਰਾਣੇ ਤੇ ਇਹਦੇ 'ਚ ਕੀ ਫਰਕ ਲੱਗਦਾ ਜੀ ਤੁਹਾਨੂੰ? ਇਹ ਜੀ ਵਧੀਆ ਲੱਗਦੇ ਆ ਤਾਂ ਇੱਥੇ ਕਢਾਉਣੇ ਆ। ਛੇਤੀ ਕੱਢ ਦਿੰਦੇ ਆ? ਹਾਂਜੀ ਹਾਂਜੀ ਹਾਂਜੀ। ਉੱਥੇ ਜ਼ਿਆਦਾ ਟਾਈਮ ਲੱਗਦਾ ਜੀ? ਲੱਗਦਾ ਜੀ, ਬਾਰੀਆਂ ਨਹੀਂ ਆਉਂਦੀਆਂ ਤੇ। ਪੰਜਾਬ ਗੁਰੂ ਪੀਰਾਂ ਪੈਗੰਬਰਾਂ ਦੀ ਧਰਤੀ ਹੈ, ਜਿੱਥੇ ਅਨੇਕਾਂ ਹੀ ਤਿਉਹਾਰ ਮਨਾਏ ਜਾਂਦੇ ਹਨ। ਉਹਨਾਂ ਦੇ ਵਿੱਚੋਂ ਇੱਕ ਤਿਉਹਾਰ ਹੈ ਜੀ ਸਾਉਣ ਦਾ। ਜਿਹੜਾ ਸਾਉਣ ਮਹੀਨਾ ਹੈ, ਇਹਦੇ ਵਿੱਚ ਜਿਹੜੀਆਂ ਨਵ ਵਿਆਹਿਤ ਕੁੜੀਆਂ ਹੁੰਦੀਆਂ ਨੇ ਉਹ ਆਪਣੇ ਪੇਕੇ ਘਰ ਆਉਂਦੀਆਂ ਨੇ, ਤੀਆਂ ਲਾਉਂਦੀਆਂ ਨੇ, ਔਰ ਇਹਦੇ ਵਿੱਚ ਹੀ ਇੱਕ ਸੰਧਾਰਾ ਰਸਮ ਹੈ ਜਿਹਦੇ ਵਿੱਚ ਮਾਪੇ ਆਪਣੀ ਕੁੜੀ ਨੂੰ ਬਿਸਕੁਟ ਵਗੈਰਾ ਦਿੰਦੇ ਨੇ ਬਣਾ ਕੇ। ਜਿਹੜੇ ਪਿੰਡਾਂ ਦੇ ਵਿੱਚ ਇਹ ਖਾਸ ਤੌਰ 'ਤੇ, ਸ਼ਹਿਰਾਂ ਦੇ ਵਿੱਚ ਲੋਕ ਘੱਟ ਜਾਣਦੇ ਨੇ, ਪਰ ਪਿੰਡਾਂ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਪ੍ਰਚਲਿਤ ਨੇ, ਕਿਉਂਕਿ ਜੇ ਦੇਖਿਆ ਜਾਵੇ ਵੀ ਬਿਸਕੁਟ ਤਾਂ ਇੱਕ ਬਹਾਨਾ, ਪਰ ਉਹਨਾਂ ਦਾ ਮੇਨ ਮਕਸਦ ਤਾਂ ਇਹ ਹੁੰਦਾ ਵੀ ਆਪਣੇ ਬੱਚੇ ਨੂੰ ਮਿਲ ਕੇ ਆਉਣਾ। ਸਾਲ ਦੇ ਵਿੱਚ 1-2 ਵਾਰੀ, ਚਾਹੇ ਦੀਵਾਲੀ ਹੋਵੇ ਤੇ ਚਾਹੇ ਸਾਉਣ ਦਾ ਮਹੀਨਾ ਹੋਵੇ, ਜਿਹਦੇ ਵਿੱਚ ਇਹ ਬਿਸਕੁਟ ਵਿੱਚ ਜਿਹੜਾ ਸੰਧਾਰਾ ਉਹ ਬਿਸਕੁਟਾਂ ਦਾ ਜ਼ਿਆਦਾਤਰ ਦਿੱਤਾ ਜਾਂਦਾ। ਔਰ ਅੱਜ ਅਸੀਂ ਬਿਸਕੁਟ ਜਿਹੜੇ ਬਣਾਉਣ ਵਾਲੇ ਪੁਰਾਣੇ ਕਾਰੀਗਰ ਨੇ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ, ਔਰ ਕਿਸ ਤਰ੍ਹਾਂ ਇਹ ਬਿਸਕੁਟ ਬਣਦੇ ਨੇ ਔਰ ਕਿਸ ਤਰ੍ਹਾਂ ਸੰਧਾਰਾ ਦਿੱਤਾ ਜਾਂਦਾ ਹੈ। ਸੋ ਅਸੀਂ ਇਹਨਾਂ ਤੋਂ ਹੀ ਕੁਝ ਪੁੱਛਦੇ ਹਾਂ। ਹਾਂਜੀ ਬਾਈ ਜੀ, ਕਿਸ ਤਰ੍ਹਾਂ ਇਹ ਜਿਹੜਾ ਅਸੀਂ ਦੇਖ ਰਹੇ ਹਾਂ ਵੀ ਬੜੇ ਤੁਸੀਂ ਤੇਜ਼ੀ ਨਾਲ ਲੱਗੇ ਹੋਏ ਹੋ, ਸੈਂਚੇ ਦੇ ਵਿੱਚ ਆਟਾ ਪਾ ਕੇ ਔਰ ਬਿਸਕੁਟ ਬਣਾਇਆ ਜਾ ਰਿਹਾ ਭੱਠ ਦੇ ਵਿੱਚ। ਉੱਧਰ ਅਸੀਂ ਦੇਖਿਆ ਵੀ ਗਰਮੀ ਬਹੁਤ ਜ਼ਿਆਦਾ, ਪਰ ਇੰਨੀ ਗਰਮੀ ਦੇ ਵਿੱਚ ਵੀ ਇੱਕ ਮੈਨੂਅਲ ਤਰੀਕੇ ਨਾਲ ਕੰਮ ਕੀਤਾ ਜਾਂਦਾ, ਜਿਵੇਂ ਭੱਠੇ ਦੇ ਇੱਟਾਂ ਤਪਦੀਆਂ ਨੇ ਉਵੇਂ ਤੁਸੀਂ ਬਿਸਕੁਟ ਕੱਢਦੇ ਹੋ। ਇਹਦੇ ਕੁਝ ਦੱਸੋ ਇਹਦੇ ਬਾਰੇ ਵੀ ਕੀ ਆ ਜੀ, ਐਕਚੁਅਲੀ ਤਿਉਹਾਰ ਹੈ ਕੀ ਆ? ਇਹ ਜੀ ਆਪਣੇ ਭੈਣਾਂ ਨੂੰ ਸੰਧਾਰਾ ਦੇ ਕੇ ਆਉਂਦੇ ਆ ਵੀਰ ਜਾ ਕੇ, ਤੇ ਆਪਦਾ ਰੀਤੀ ਰਿਵਾਜ ਪੁਰਾਣਾ ਚੱਲੀ ਆਉਂਦਾ। 15 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ ਜੀ, ਇੱਦਾਂ ਹੀ ਚੱਲੀ ਜਾਂਦਾ ਜੀ ਪੀਪੇ। ਬੇਸਿਕਲੀ ਜਿਹੜਾ ਕਿਸ ਮਹੀਨੇ ਇਹ ਤਿਉਹਾਰ ਆਉਂਦਾ ਜੀ? ਜਿਹੜਾ ਜੁਲਾਈ ਦੇ ਵਿੱਚ ਜਦੋਂ ਸਾਉਣ ਮਹੀਨਾ ਸ਼ੁਰੂ ਹੁੰਦਾ, ਤੇ ਇਹ ਉਹਦੇ ਵਿੱਚ ਹੀ। ਔਰ ਕਿੰਨੇ ਦਿਨ ਦਾ ਤਿਉਹਾਰ ਹੈ ਜੀ ਇਹ? ਜੀ ਸਾਡਾ 40 ਦਿਨ ਦਾ ਕੰਮ ਹੁੰਦਾ ਜੀ। 40 ਦਿਨ ਅਸੀਂ ਕੰਮ ਕਰਦੇ ਹਾਂ। 40 ਦਿਨਾਂ ਦੇ ਵਿੱਚ ਲੋਕਾਂ ਦੇ ਸੰਧਾਰਾ ਦੇਣਾ ਉਹਨਾਂ ਦਾ ਵਿੱਚ ਸਾਉਣ ਮਹੀਨੇ ਦੇ ਵਿੱਚ ਇੱਦਾਂ ਹੁੰਦਾ ਜੀ ਇਹ। ਔਰ ਜਿਹੜੇ ਮਤਲਬ ਜਿਵੇਂ ਤੁਸੀਂ ਹੁਣ ਇੱਕ ਪਿੰਡ 'ਚ ਬੈਠੇ ਹੋ, ਤੁਹਾਡੀ ਇਹ ਭੱਠੀ ਇੱਥੇ ਲਗਾਈ ਹੋਈ ਹੈ, ਤੁਹਾਡੇ ਕੋਲੇ ਮਤਲਬ ਇਸੇ ਪਿੰਡ ਤੋਂ ਲੋਕ ਆਉਂਦੇ ਨੇ ਕਿ ਦੂਰੋਂ ਵੀ ਚੱਲ ਕੇ ਆਉਂਦੇ ਨੇ? ਨਹੀਂ ਜੀ, ਦੂਰੋਂ ਵੀ ਆਉਂਦੇ ਆ। ਸਾਡੇ ਤੋਂ ਆ ਕੋਕਰੀ ਤੋਂ ਗਾਹਕ ਆਇਆ ਹੋਇਆ ਹੈ, ਪਿੰਡ ਕੋਕਰੀ ਤੋਂ। ਬਾਕੀ ਜਿਹਨੂੰ ਚੀਜ਼ ਪਸੰਦ ਲੱਗਦੀ ਹੈ ਜੀ ਬਣੀ ਹੋਈ ਦੇਖ ਕੇ ਅਗਲਾ ਆਪੇ ਆਉਂਦਾ। ਔਰ ਕਿਸ ਚੀਜ਼ ਨਾਲ ਤਿਆਰ ਕੀਤਾ ਜਾਂਦਾ? ਜੇ ਆਪਾਂ ਇਹਨਾਂ ਦਾ ਬੇਸਿਕ ਦੇਖਿਆ ਜਾਵੇ ਵੀ ਕੀ ਇਹਦੇ 'ਚ ਆਈਟਮ ਪੈਂਦੀ ਆ ਜਿਸ ਨਾਲ ਇਹ ਬਈ ਇਹ ਹੈਲਦੀ ਵੀ ਨੇ, ਇਹਦੇ ਬਾਰੇ ਵੀ ਕੁਝ ਚਾਨਣਾ ਪਾਓ ਜੀ। ਇਹ ਜੀ ਸਿਹਤ ਲਈ ਵੀ ਵਧੀਆ, ਦੇਸੀ ਘਿਓ ਹੁੰਦਾ ਇਹਦੇ ਵਿੱਚ ਪਾਉਂਦੇ ਲੋਕ ਜ਼ਿਆਦਾਤਰ।
ਦੁੱਧ ਹੁੰਦਾ, ਖੰਡ ਹੁੰਦੀ ਹੈ ਜੀ, ਆਟਾ ਹੁੰਦਾ। ਇਹ ਸਿਹਤ ਨੂੰ ਕੋਈ ਨੁਕਸਾਨਦੇਹ ਨਹੀਂ ਹੁੰਦੀ ਇਹਦੀ ਚੀਜ਼ ਦੀ, ਵਧੀਆ ਚੀਜ਼ ਬਣਦੀ ਆ। ਉਹ ਇੱਕ ਆਪਣੇ ਆਮ ਤੌਰ ਤੇ ਜੇ ਇੱਕ ਪਰਿਵਾਰ ਦੇਖਿਆ ਜਾਵੇ ਕਿੰਨੇ ਕੁ ਬਿਸਕੁਟ ਕਢਵਾ ਲੈਂਦਾ, ਜਿਵੇਂ ਅਸੀਂ ਦੇਖਿਆ ਇੱਥੇ ਕਈ ਇਹ ਹੁਣ ਬੈਠੇ ਨੇ ਉਹ ਪੀਪੇ ਲੈ ਕੇ ਆਏ ਹੋਣੇ, ਆਪਣੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ। ਨਾਰਮਲੀ ਇਹ ਕਿੰਨਾ ਕੁ ਇੱਕ ਪਰਿਵਾਰ ਦੇ ਲਈ ਜੇ ਆਪਾਂ ਦੇਖਿਆ ਜਾਵੇ ਕਿੰਨਾ ਆਟਾ ਜਾਂ ਕੀ ਇਹਦੀ ਵਿਧੀ ਕੀ ਹੈ ਜੀ? ਨਾਰਮਲ ਪਰਿਵਾਰ ਇੱਕ 5 ਕਿਲੋ ਆਟੇ ਦੇ ਬਿਸਕੁਟ ਬਣਾ ਕੇ ਲੈ ਕੇ ਜਾ ਸਕਦਾ ਜੀ। ਯਾਨੀ ਇੱਕ ਪੀਪਾ ਦੇਣਾ ਹੁੰਦਾ ਕੁੜੀ ਨੂੰ, 2 ਕਿਲੋ ਆਟੇ ਦਾ ਬਣਦਾ ਉਹ, ਤੇ ਉਸ ਹਿਸਾਬ ਨਾਲ ਜਿੰਨੀਆਂ ਕੁੜੀਆਂ ਹੁੰਦੀਆਂ ਉਸ ਹਿਸਾਬ ਨਾਲ ਆਟਾ ਦੇ ਕੇ ਬਿਸਕੁਟ ਬਣਾ ਕੇ ਲੈ ਕੇ ਜਾਂਦੇ। ਤੇ ਇਹਦੇ ਵਿੱਚ ਖੰਡ ਵਗੈਰਾ ਦੀ ਮਾਤਰਾ, ਜਿਵੇਂ ਅੱਜ ਕੱਲ ਸ਼ੂਗਰ ਨੂੰ ਬੜਾ ਕੀਤਾ ਜਾਂਦਾ, ਸ਼ੂਗਰ ਹੋਈ ਆ, ਖੰਡ ਨਹੀਂ ਜ਼ਿਆਦਾ ਪਾਉਣੀ, ਉਹ ਨਹੀਂ ਪਾਉਣਾ, ਉਹਦੇ ਵਿੱਚ ਉਸ ਹਿਸਾਬ ਨਾਲ ਕਿਵੇਂ ਤੁਸੀਂ ਇਹਨੂੰ ਗਿਣਦੇ ਹੋ ਵੀ ਠੀਕ ਹੈ ਇਹ ਸਿਹਤ ਪੱਖੋਂ ਜਿਹਨੂੰ ਆਪਾਂ ਕਹਿ ਦਈਏ? ਸਿਹਤ ਪੱਖੋਂ ਠੀਕ ਹੈ ਜੀ। ਜਿਹਨੂੰ ਸ਼ੂਗਰ ਆ ਉਹਨੂੰ ਖੰਡ ਘੱਟ ਪਾ ਦਈਦੀ ਆ, ਉਹ ਅਗਲਾ ਦੱਸ ਦਿੰਦਾ ਉਹਨੂੰ ਖੰਡ ਘੱਟ ਪਵਾ ਲਈਦੀ। ਜ਼ਿਆਦਾਤਰ ਇਹ ਮਿੱਠਾ ਜ਼ਿਆਦਾ ਵੀ ਨਹੀਂ ਹੁੰਦਾ, ਬਾਹਲਾ ਹਿਸਾਬ ਦਾ ਹੀ ਹੁੰਦਾ ਮਿੱਠਾ। ਜਦੋਂ ਇੱਥੋਂ ਬਣਦਾ ਇਹਦੇ ਬਾਅਦ ਚ ਇਹਦੀ ਵਿਧੀ ਕੀ ਹੈ ਜੀ? ਇੱਥੋਂ ਜਦੋਂ ਤੁਸੀਂ ਬਣਾ ਦਿੰਦੇ ਹੋ ਇੱਕ ਆਟਾ ਗੁੰਨ ਕੇ ਇਹਨੂੰ ਇਹਦਾ ਆਕਾਰ ਦੇਤਾ, ਇਹਨੂੰ ਬਿਸਕੁਟ ਦਾ ਇੱਕ ਆਕਾਰ ਦੇਤਾ ਜੀ ਤੁਸੀਂ ਸੈਂਚੇ ਦੇ ਵਿੱਚ, ਉਹਦੇ ਬਾਅਦ ਦੇ ਵਿੱਚ ਫਿਰ ਕੀ ਕੀਤਾ ਜੀ? ਭੱਟ ਦੇ ਵਿੱਚ ਲਾਉਣਾ ਹੈ, ਉਹਨੂੰ ਸੇਕਾ ਸੀਮਤ ਮਤੇ ਨਾਲ ਦੇਣਾ ਬੰਦੇ ਨੂੰ, ਉਹ ਵੀ ਸਿਖਾਇਆ ਜਾਂਦਾ ਬੰਦਾ ਉਹਨੂੰ ਸਾਰਾ ਕੁਝ। ਉਹ ਫਿਰ ਬਾਰੀ ਸਿਰ ਮਤਲਬ ਇਹਨੂੰ ਕਿੰਨਾ ਚਿਰ ਪਕਾਉਣੇ ਹੋ ਜੀ ਅੰਦਰ? ਇਹ 1.5 ਤੋਂ 2 ਮਿੰਟ ਇੱਕ ਟਰੇ ਨੂੰ ਲੱਗਦੇ ਵਿੱਚ, ਜਦੋਂ ਰੱਖਤੀ 1.5 ਤੋਂ 2 ਮਿੰਟ ਦੇ ਵਿੱਚ ਬਾਹਰ ਆਉਣਾ ਹੁੰਦਾ ਇਹਨੂੰ ਪੱਕ ਕੇ, ਜਿਹੜੀ ਵੀ ਟਰੇ ਆ। ਤੇ ਬਾਕੀ ਹਾਂ, ਤੁਹਾਨੂੰ ਜੀ ਅਸੀਂ ਹੁਣ ਇਹ ਵੀ ਦਿਖਾਉਂਦੇ ਆ ਵੀ ਜਿੱਥੇ ਇਹ ਬਣਦੇ ਆ, ਜਿਹੜੇ ਜਿਨ੍ਹਾਂ ਦੀ ਡਿਊਟੀ ਭੱਠੀ ਦੇ ਉੱਪਰ ਲੱਗੀ ਹੁੰਦੀ ਹੈ, ਜਿਨ੍ਹਾਂ ਨੂੰ ਭੱਠ ਕਿਹਾ ਜਾਂਦਾ ਹੈ, ਤੇ ਉਹ ਕਿਸ ਤਰ੍ਹਾਂ ਇਹਦਾ ਹੱਲ ਕਰਦੇ ਨੇ, ਕਿਉਂਕਿ ਇੰਨੀ ਗਰਮੀ ਦੇ ਵਿੱਚ ਬੈਠਣਾ ਜਿੱਥੇ ਮੁਸ਼ਕਲ ਬਹੁਤ ਆ, ਉਹਨਾਂ ਤੋਂ ਅਸੀਂ ਜਾਣਕਾਰੀ ਲੈਂਦੇ ਆ ਵੀ ਉਹ ਇਹਦੇ ਬਾਰੇ ਕੀ ਕਹਿੰਦੇ ਆ। ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਵੀ ਕਿੰਨੀ ਕੁ ਇਹ ਜਿਹੜੀ ਟਾਈਮ ਲੱਗਦਾ ਇੱਕ ਟਰੇ ਨੂੰ, ਔਰ ਕਿੰਨੀ ਕੁ ਗਰਮੀ ਅੱਜ ਦੇ ਟਾਈਮ 'ਚ ਹੁਣ ਇੰਨੀ ਗਰਮੀ ਹੈ, ਕੀ ਤੁਸੀਂ ਇਹਦੇ ਬਾਰੇ ਕਹਿਣਾ ਚਾਹੁੰਦੇ? ਇਹ 20-22 ਮਿੰਟ ਲੱਗ ਜਾਂਦੇ ਆ ਆਉਣ 'ਚ ਜੀ ਟਰੇਆਂ, ਤੇ ਗਰਮੀ ਵੀ ਬਹੁਤ ਹੈ, ਤੇ ਹੁਣ ਗਰਮੀ 'ਚ ਤੁਹਾਨੂੰ ਪਤਾ ਹੈ ਕੱਢਣੇ ਬਹੁਤ ਔਖੇ ਆ। ਗੱਲ ਜੇ ਆਪਾਂ ਕਰਿਆ ਜਾਵੇ ਵੀ ਅੱਜ ਦੇ ਟਾਈਮ ਦੇ ਵਿੱਚ ਜੇ ਮਿਹਨਤਾਨੇ ਦੀ ਕਿੰਨੀ ਕੁ ਮਿਹਨਤਾਨਾ ਤੁਸੀਂ ਲੈਂਦੇ ਹੋ ਇਹਦੇ ਵਿੱਚ, ਜਿਵੇਂ ਤੁਹਾਨੂੰ ਕਿੰਨਾ ਮਿਹਨਤਾਨਾ ਦਿੱਤਾ ਜਾਂਦਾ, ਕੋਈ ਸੈਲਰੀ ਆ ਕਿ ਤੁਹਾਨੂੰ ਵੀ ਕੇਜੀ ਦੇ ਕਿਲੋ ਦੇ ਹਿਸਾਬ ਨਾਲ ਦਿੱਤਾ ਜਾਂਦਾ? ਇਹ ਜੀ ਅਸੀਂ ਉਹ ਤਨਖਾਹ ਤੇ ਹੁੰਨੇ ਆ, ਬਾਈ ਨਾਲ ਗੱਲ ਨਹੀਂ ਕਰਦੇਗੇ, ਵੈਸੇ ਸਾਡਾ ਤੇ ਉਹ ਪ੍ਰੇਮ ਆ, ਬਾਈ ਨਾਲ ਗੱਲ ਨਹੀਂ ਕਰਦੇ ਅਸੀਂ। ਕਿੰਨੇ ਸਾਲਾਂ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ? ਇਹ ਹੋ ਗਏ ਮੈਨੂੰ 7-8 ਸਾਲ ਹੋ ਗਏ ਬਾਈ ਨਾਲ। ਤੇ ਲਗਾਤਾਰ ਸਾਰੀ ਦਿਹਾੜੀ ਦੇ ਵਿੱਚ ਕਿੰਨੇ ਘੰਟੇ ਦਾ ਕੰਮ ਕਰਦੇ ਹੋ ਟੋਟਲ ਤੁਸੀਂ ਇਹ? ਮੈਂ ਮੇਰੇ ਹਿਸਾਬ ਨਾਲ ਕੱਢ ਦਿੰਦਾ ਉਹਨਾਂ ਕੁਆਂਟਲ ਆਟਾ ਸਾਰੀ ਦਿਹਾੜੀ 'ਚ। ਹਾਂਜੀ, ਸੋ ਆਪਾਂ ਇਹਨਾਂ ਨਾਲ ਦੁਬਾਰਾ ਗੱਲ ਕਰਦੇ ਹਾਂ ਵੀ ਇਹਨਾਂ ਨੂੰ ਪੁੱਛਦੇ ਹਾਂ ਵੀ ਜਿਹੜਾ ਇਹਦੇ 'ਚ ਮਿਹਨਤਾਨਾ ਜਿਹੜਾ ਇੱਕ ਜੇ ਦਿੱਤਾ ਜਾਂਦਾ ਤੇ ਕਿੰਨਾ, ਜੇ ਮੈਂ ਕੈਮਰਾਮੈਨ ਨੂੰ ਵੀ ਆਪਣੇ ਨੂੰ ਕਹਾਂ ਵੀ ਇੱਧਰ ਇਹ ਦਿਖਾਉਣਗੇ ਵੀ ਇਹਨਾਂ ਨੂੰ ਮਿਹਨਤਾਨਾ ਜਿਹੜਾ ਜਾਂ ਕੱਢਣ ਦੀ ਵਿਧੀ, ਜਾਂ ਇੱਥੇ ਜਿਹੜੇ ਲੋਕ ਆ ਰਹੇ ਨੇ ਉਹ ਆਪਣੀ ਵਾਰੀ ਸਿਰ ਜਿਵੇਂ ਕਿਵੇਂ ਇੰਤਜ਼ਾਰ ਕਰਦੇ ਨੇ, ਔਰ ਪੈਸਿਆਂ ਦਾ ਜਿਹੜਾ ਲੈਣ ਦੇਣ ਹੈ ਉਹਦੇ ਵਿੱਚ ਕੀ ਕੀਤਾ ਜਾਂਦਾ। ਤੇ ਇਹਦੇ 'ਚ ਜਿਹੜੀ ਜੀ ਤੁਹਾਡੀ ਜਿਹੜੀ ਮਿਹਨਤ ਆ, ਕੀ ਤੁਸੀਂ ਮਿਹਨਤਾਨਾ ਲੈਂਦੇ ਹੋ, ਤੇ ਜਿਹੜੇ ਤੁਸੀਂ ਕਹਿੰਦੇ ਹੋ ਵੀ 1.5 ਮਹੀਨਾ ਜਾਂ ਮਹੀਨਾ ਚੱਲਦਾ 40 ਦਿਨ, ਇਹਦੇ ਵਿੱਚ ਆਪਣਾ ਕਵਰ ਅਪ ਹੋ ਜਾਂਦਾ ਜੀ ਸਾਰਾ ਮਿਹਨਤ ਜਿੰਨੀ ਆਪਾਂ ਨੂੰ ਤੁਹਾਨੂੰ ਤੁਸੀਂ ਕਰਦੇ ਹੋ, ਕੀ ਉਨੀ ਤੁਸੀਂ ਮਿਹਨਤ ਦਾ ਮੁੱਲ ਤੁਹਾਡਾ ਪੈ ਜਾਂਦਾ ਜੀ? ਮਿਹਨਤ ਦਾ ਮੁੱਲ ਤਾਂ ਤੁਹਾਨੂੰ ਪਤਾ ਹੀ ਹੈ, ਸਾਨੂੰ ਮਿਹਨਤ ਦੇਖ ਲਓ ਗਾਹ ਕੋਈ ਮਿਹਨਤ ਵਧੀਆ, ਜਾਣੀ ਟਾਈਮ ਪਾਸ ਹੋ ਜਾਂਦਾ ਬੰਦਿਆਂ ਦਾ, ਸਾਰਿਆਂ ਦਾ 10-12 ਹਜ਼ਾਰ ਰੁਪਈਆ ਬੰਦਿਆਂ ਨੂੰ ਬਣ ਜਾਂਦਾ ਮਹੀਨੇ ਦਾ। ਟੋਟਲ ਤੁਸੀਂ ਕਿੰਨੇ ਜਾਣਿਆਂ ਦਾ ਗਰੁੱਪ ਆ ਜੀ ਤੁਹਾਡਾ? ਜਿਵੇਂ ਤੁਹਾਡੇ 2 ਅਸੀਂ ਦੇਖਿਆ ਵੀ ਸੈਂਚੇ ਲੱਗੇ ਹੋਏ ਨੇ ਜਿਹਦੇ ਵਿੱਚ ਤੁਸੀਂ ਕੰਮ ਕਰ, ਤੁਸੀਂ ਗਰੁੱਪ ਹੋ, ਬ੍ਰਦਰ ਹੋ ਜਾਂ ਕੀ ਹੋ? ਨਹੀਂ ਜੀ, ਮੇਰੇ ਫਰੈਂਡ ਹੀ ਆ, ਮੁੰਡੇ ਰੱਖੇ ਹੋਏ ਆ ਜੀ। ਸ਼ੁਰੂ ਤੋਂ ਹੀ ਤੁਹਾਡੇ ਨਾਲ ਕੰਮ ਕਰ? ਪੱਕੇ ਜਿਹੜਾ ਬੰਦਾ ਮੇਰੇ ਨਾਲ ਆ ਜਾਂਦਾ ਫੜਦਾ ਨਹੀਂ ਗਾ ਜੀ, ਕਿ ਉਹਨਾਂ ਨੂੰ ਸਾਰਾ ਕੁਝ ਪੇ ਵਧੀਆ ਮਿਲਦੀ ਆ, ਸਾਰਾ ਕੁਝ ਵਧੀਆ ਦੇਖ ਕੇ ਉਹਦੇ ਨਾਲ ਚੱਲੀ ਜਾਂਦਾ ਜੀ। ਤਾਂ ਪਰ ਜੇ ਤੁਸੀਂ ਆਪਾਂ ਪਹਿਲੇ ਜਿਵੇਂ ਜ਼ਮਾਨੇ ਤੁਸੀਂ ਗੱਲ ਕਰਦੇ ਹੋ ਵੀ ਇਹ ਤੁਸੀਂ 10-12 ਸਾਲਾਂ ਤੋਂ ਤੁਸੀਂ ਕੰਮ ਕਰਦੇ ਹੋ, ਤੇ ਪੁਰਾਣੀਆਂ ਤਕਨੀਕਾਂ ਨੇ, ਕਿੰਨਾ ਕੁ ਫਰਕ ਪੈ ਗਿਆ ਲੋਕਾਂ ਦੇ ਰੁਝਾਨ ਦਾ ਜੇ ਦੇਖਿਆ ਜਾਵੇ ਪਹਿਲਾਂ ਤੇ ਹੁਣ ਦੇ ਵਿੱਚ, ਕਿੰਨਾ ਕੁ ਤੁਸੀਂ ਫਰਕ ਸਮਝਦੇ ਹੋ ਵੀ ਕਿੰਨੇ ਕੁ ਲੋਕ ਘਟੇ ਨੇ ਇਸ ਪ੍ਰਤੀ? ਕਿਉਂਕਿ ਅੱਜ ਕੱਲ੍ਹ ਇਹ ਵੀ ਸੁਣਿਆ ਵੀ ਕੁਝ ਮਸ਼ੀਨੀ ਯੁੱਗ ਵੀ ਆ ਗਿਆ, ਵੀ ਮਸ਼ੀਨ ਦੇ ਨਾਲ ਵੀ ਬਣਦੇ ਨੇ। ਨਹੀਂ, ਘਟੇ ਨਹੀਂ ਗਏ ਜੀ, ਘਟੇ ਨਹੀਂ ਕਹਿ ਸਕਦੇ, ਤਾਂ ਵਧਿਆ ਹੀ ਆ ਕੰਮ। ਜਾਣੀ ਅੱਜ ਤੋਂ ਜਿਹੜਾ 15 ਸਾਲ ਤੋਂ ਪਹਿਲਾਂ ਹੁਣ ਕੰਮ ਆ ਉਦੋਂ ਦੁੱਗਣਾ ਹੋ ਗਿਆ। ਜਿਹੜੀ ਮਸ਼ੀਨੀ ਯੁੱਗ ਆ ਉਹ ਹੋਰ ਚੀਜ਼ ਆ, ਜਿਹੜਾ ਹੱਥੀਂ ਆਪ ਦੇ ਤਿਆਰ ਕਰਨਾ ਉਹ ਹੋਰ ਚੀਜ਼ ਆ ਜੀ।
ਮਤਲਬ ਤੁਸੀਂ ਇਹਨੂੰ ਜ਼ਿਆਦਾ ਵਧੀਆ ਮੰਨਦੇ ਹੋ ਮਸ਼ੀਨ ਨਾਲੋਂ, ਕੀ ਕਾਰਨ ਕੀ ਹੈ ਜੀ? ਇਹਦਾ ਕਾਰਨ ਇਹ ਇੱਕ ਤਾਂ ਸਾਰਾ ਕੁਝ ਆਪਣੇ ਅੱਖਾਂ ਦੇ ਸਾਹਮਣੇ ਪੈਣਾ ਚੀਜ਼, ਫਿਰ ਪਕਾਈ, ਅੱਗ ਦਾ ਸੇਕਾ, ਮੱਠਾ, ਕਿੱਥੇ ਮਸ਼ੀਨੀ, ਉਹਦਾ ਕਰੰਟ ਲਾਉਣ ਵਾਲਾ ਕੰਮ ਹੋ ਜਾਂਦਾ ਬੰਦੇ ਨੂੰ। ਜਿਵੇਂ ਆਪਾਂ ਨੈਚੁਰਲ ਤਰੀਕੇ ਨਾਲ, ਜਿਹਨੂੰ ਆਪਾਂ ਕਹਿ ਦਈਏ ਵੀ ਨੈਚੁਰਲ ਇੱਕ ਤਰੀਕੇ ਨਾਲ ਪਕਾਇਆ ਜਾਂਦਾ, ਜਿਵੇਂ ਚਾਹੇ ਉਹ ਸਬਜ਼ੀ ਲਾ ਲਓ, ਦਾਲ ਲਾ ਲਓ, ਸਾਗ ਲਾ ਲਓ, ਘਰੇ ਜਿਵੇਂ ਹਾਰਿਆਂ ਦੇ ਵਿੱਚ ਧਰੀ ਜਾਂਦੀ ਸੀ, ਅੱਜ ਕੱਲ ਗੈਸ ਦੇ ਉੱਤੇ ਧਰੀ ਜਾਂਦੀ ਹੈ। ਵੀ ਨੈਚੁਰਲ ਇੱਕ ਅੱਗ ਜਿਹੜੀ ਬਣਾਈ ਜਾਂਦੀ ਆ ਤੇ ਇੱਕ ਕੁਦਰਤ ਕੰਨਿਓ ਬਣਾਈ ਤਾਂ ਬੜਾ ਫਰਕ ਜਿਹੜਾ ਹੁੰਦਾ ਹੈ ਜੀ। ਹਾਂਜੀ ਹਾਂਜੀ ਹਾਂਜੀ, ਇਹ ਤਾਂ ਹੈਗਾ ਜੀ, ਇਹੀ ਚੱਕਰ ਆ ਜੀ। ਇਹਦਾ ਟੇਸਟ ਦਾ ਵੀ ਫਰਕ ਆ, ਪਕਾਈ ਦਾ, ਖਾਣ 'ਚ ਵੀ ਸਾਰਾ ਕੁਝ ਫਰਕ ਆ ਜੀ ਇਹਦਾ। ਬਾਕੀ ਸੀਮਤ ਸੇਕਾ ਲੱਗਣਾ ਜੀ ਇਹਨੂੰ। ਸੋ ਤੁਸੀਂ ਦੇਖ ਸਕਦੇ ਹੋ ਜਿਵੇਂ ਘਰ ਦੇ ਵਿੱਚੋਂ ਆਪਣਾ ਸਮਾਨ ਜਿਵੇਂ ਲੈ ਕੇ ਆਉਂਦੇ ਆਪਣੀ ਵਾਰੀ ਸਿਰ, ਜਿਵੇਂ ਹੁਣ ਮਾਤਾ ਜੀ ਨੂੰ ਪੁੱਛਦੇ ਇਹਨਾਂ ਦੀ ਵਾਰੀ ਜਿਵੇਂ ਹੁਣ ਆਈ ਹੈ, ਇਹਨਾਂ ਨੇ ਆਪਣੇ ਕੰਨੀਓਂ ਕੀ ਲੈ ਕੇ ਆਏ ਨੇ। ਸੋ ਤੁਸੀਂ ਕਿੰਨੇ ਕੁ ਚਿਰ ਤੋਂ ਬਿਸਕੁਟ ਕਢਵਾ ਰਹੇ ਹੋ ਜੀ? ਬਹੁਤ ਚਿਰ ਦੇ ਕੜਬਨੇ ਭਾਈ ਇਹ ਤਾਂ। ਕੀ ਇਹਦੇ ਵਿੱਚ ਪੈਂਦਾ ਜੀ ਜਿਹੜਾ ਮਤਲਬ ਤੁਸੀਂ ਜਿਹੜਾ ਘਰੋਂ ਲੈ ਕੇ ਆਉਂਦੇ? ਹਾਂਜੀ, ਖੰਡ ਪੈਂਦੀ ਆ, ਦੇਸੀ ਘਿਓ ਪਾ ਲਓ। ਹਾਂਜੀ ਤੇ ਹੋਰ ਇਹ ਤੋਂ ਇਲਾਵਾ ਜੀ? ਹਾਂਜੀ, ਸੌਂਫ ਵੀ ਪਾ ਸਕਦੇ, ਜਵੈਣ ਵੀ ਪਾ ਸਕਦੇ ਆ ਜੀ। ਹਾਂਜੀ ਤੇ ਆਟਾ ਮਤਲਬ ਜਿਵੇਂ ਤੁਸੀਂ ਹੁਣ ਸੋਚਿਆ ਹੁੰਦਾ ਵੀ ਇੰਨੇ ਘਰੇ ਦੇਣਾ, ਉਹਦੇ ਮੁਤਾਬਕ ਲੈਂਦੇ ਹੋ ਆਟਾ ਵਗੈਰਾ ਕਿ ਜੀ? ਉਹ ਤਾਂ ਆਪਦੀ ਮਰਜ਼ੀ ਨਾਲ ਲਿਆਉਣਾ ਆਟਾ, ਜਿੰਨਾ ਕਢਾਉਣਾ ਵਾ ਜੀ। 4 ਕਿਲੋ ਲਿਆਓ, 5 ਲਿਆਓ। ਹਾਂਜੀ, ਤੇ ਇਹਨਾਂ ਕੋਲੇ ਵੀ ਫੈਸਿਲਿਟੀ ਹੁੰਦੀ ਹੈ ਜੇ ਤੁਸੀਂ ਕੋਈ ਚੀਜ਼ ਭੁੱਲ ਜਾਓ, ਜਿਵੇਂ ਦੁੱਧ ਭੁੱਲ ਗਏ ਜਾਂ ਕੁਝ ਹੁੰਦਾ, ਇਹ ਦੇ ਦਿੰਦੇ ਆ? ਹਾਂਜੀ, ਇਹ ਪਾ ਦਿੰਦੇ ਆਪਦੇ ਕੋਲ। ਤੇ ਇਹ ਤੁਸੀਂ ਜਿਹੜੇ ਆਮ ਅੱਜ ਕੱਲ ਮੁੱਲ ਦੇ ਖਰੀਦ ਕੇ ਲੋਕ ਦੇ ਦਿੰਦੇ ਆ, ਉਹਨੂੰ ਤੇ ਇਹਨਾਂ ਨੂੰ ਕਿੰਨਾ ਕੁ ਫਰਕ ਸਮਝਦੇ ਹੋ ਵੀ ਇਹ ਚੰਗੇ ਉਹਨਾਂ ਨਾਲ? ਇਹ ਚੀਜ਼ ਵਧੀਆ ਹੁੰਦੀ ਹੈ ਵੀਰੇ, ਘਰ ਦੀ ਪਸੰਦ ਦੀ ਬਣਾਈ ਹੁੰਦੀ ਹੈ। ਸੋ ਜਿਵੇਂ ਤੁਸੀਂ ਦੇਖ ਸਕਦੇ ਹੋ, ਇਹਨਾਂ ਨੇ ਪਹਿਲਾਂ ਇਹਦੇ 'ਚ ਦੁੱਧ ਪਾਇਆ, ਫਿਰ ਹੁਣ ਖੰਡ ਪਾਈ ਆ, ਹੁਣ ਇਹ ਘਿਓ ਪਾਉਣ ਜਾ ਰਹੇ ਨੇ, ਜਿਹਦੇ ਵਿੱਚ ਮੁਤਾਬਕ ਜਿਵੇਂ weight ਆ, ਜਿਵੇਂ ਉਹਨਾਂ ਨੇ ਦੱਸਿਆ ਵੀ 5 ਕਿਲੋ ਆਟਾ ਜਾਂ 3 ਕਿਲੋ ਆਟਾ, ਉਹਦੇ ਮੁਤਾਬਕ ਇਹ ਹੁਣ ਘਿਓ ਪਾਇਆ ਜਾ ਰਿਹਾ। ਤੇ ਅਸੀਂ ਇਹਨਾਂ ਤੋਂ ਵੀ ਪੁੱਛ ਲੈਂਦੇ ਆ, ਇਹ ਜੀ ਤੁਸੀਂ ਕਿੰਨੇ ਆਟੇ ਦੀ ਸਮੱਗਰੀ ਤਿਆਰ ਕਰ ਰਹੇ ਹੋ ਜੀ? ਇਹ 6 ਕਿਲੋ ਆਟੇ ਦੀ ਆ ਜੀ। ਹਾਲੇ ਤੱਕ ਤੁਸੀਂ ਕੀ ਪਾ ਚੁੱਕੇ ਹੋ ਜੀ ਇਹਦੇ 'ਚ? ਇਹਦੇ ਵਿੱਚ ਘਿਓ, ਖੰਡ, ਦੁੱਧ ਪੈ ਗਿਆ ਜੀ, ਆਟਾ ਰਹਿ ਗਿਆ ਪਾਉਣ ਵਾਲਾ। ਤੇ ਪੂਰੀ ਐਨ ਐਕੂਰੇਟ ਜਿਵੇਂ ਆਪਾਂ ਕਹਿ ਦਈਏ ਵੀ ਪੂਰੀ ਤੋਲ ਕੇ ਪਾਉਣੇ ਹੋ ਕਿ ਜੀ ਅੰਦਾਜ਼ੇ ਨਾਲ ਵੀ? ਪੂਰਾ ਅੰਦਾਜ਼ ਮਿਣ ਕੇ ਜੀ, ਜੋਖ ਕੇ ਪਾਉਣੀ ਆ ਹਰ ਇੱਕ ਚੀਜ਼। ਦੁੱਧ ਵੀ ਮਿਣ ਕੇ ਪਾਉਣਾ, ਤੇ ਪੂਰਾ ਆਟਾ ਵੀ ਉਨਾ ਹੀ ਗੁੱਝ ਜਾਣਾ, ਉਹਨੇ ਵੱਧ ਲੋੜ ਨਹੀਂ ਪੈਣੀ ਫਿਰ ਆਟਾ ਲਾਉਣ ਦੀ ਵੀ ਕੁਛ ਨਹੀਂ। ਜ਼ਿਆਦਾਤਰ ਇਹ ਤੁਸੀਂ ਹੱਥ ਨਾਲ ਕਰਦੇ ਹੋ ਕਿ ਤੁਹਾਡੇ ਕੋਲੇ ਕੋਈ ਮਸ਼ੀਨੀ ਰੱਖਿਆ ਹੋਇਆ ਉਪਕਰਨ ਜਿਹੜਾ ਜਿਹਦੇ ਨਾਲ ਤੁਸੀਂ ਇਹਨੂੰ ਮਿਕਸ ਕਰਦੇ ਹੋ? ਜਿਵੇਂ ਖੰਡ ਖੋਰਨੀ ਇਹ ਮਸ਼ੀਨ ਹੈਗੀ ਆ, ਤੇ ਆਟਾ ਤਾਂ ਹੱਥ ਨਾਲ ਹੀ ਗੁੰਨਣਾ ਪੈਣਾ ਜੀ, ਨਾਲ ਗੁੰਨ ਕੇ। ਚਲੋ ਆਓ ਅਸੀਂ ਹੁਣ ਆਪਣੇ ਦਰਸ਼ਕਾਂ ਨੂੰ ਦਿਖਾਉਂਦੇ ਹਾਂ ਜੀ ਇਹ ਕਿਸ ਤਰ੍ਹਾਂ ਇਹ ਵਿਧੀ ਜਿਹੜੀ ਤਿਆਰ ਹੁੰਦਾ ਇਹ ਆਟਾ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਆਪਣੇ ਕੰਨੀਓਂ ਹੁਣ ਸ਼ੁਰੂ ਕਰਤੀ ਹੈ ਜੀ ਤਿਆਰੀ ਇਹਨੂੰ ਬਣਾਉਣ ਦੀ, ਜਿਸ ਦੇ ਵਿੱਚ ਖੰਡ, ਦੁੱਧ ਤੇ ਘਿਓ ਪਾ ਕੇ ਉਹਨੂੰ ਮਿਕਸ ਕਰ ਰਹੇ ਨੇ। ਤੇ ਹੁਣ ਇਹਨਾਂ ਦੇ ਸਾਥੀ ਜਿਹੜੇ ਉਹ ਆਟਾ ਲੈ ਕੇ ਆਏ ਨੇ ਤੋਲ ਕੇ। ਸੋ ਆਟਾ ਇਹਦੇ 'ਚ ਪਾ ਦਿੱਤਾ ਗਿਆ ਜੀ, ਦੇਖੋ। ਔਰ ਇੱਕ ਜਿਵੇਂ ਘਰ ਦੇ ਵਿੱਚ ਔਰਤਾਂ ਆਟਾ ਗੁੰਨਦੀਆਂ, ਕੁਛ ਉੱਦਾਂ ਦਾ ਹੀ ਦੇਖਣ ਨੂੰ ਲੱਗ ਰਿਹਾ ਵੀ ਸਮੱਗਰੀ ਉਹਦੇ ਵਿੱਚ ਸਾਰੀ ਪਾ ਕੇ ਉਹਨੂੰ ਇੱਕ ਘੋਲ ਤਿਆਰ ਕੀਤਾ ਜਾ ਰਿਹਾ। ਔਰ ਕਿਉਂਕਿ ਇਹ ਚੀਜ਼ ਪੂਰੀ ਰਚ ਜਾਵੇ ਤੇ ਫਿਰ ਉਹਨੂੰ ਬਾਰ-ਬਾਰ ਹੱਥ ਨਾਲ ਘੁਮਾਇਆ ਜਾਂਦਾ, ਮਿਕਸ ਕੀਤਾ ਜਾਂਦਾ। ਜਿਵੇਂ ਅਸੀਂ ਪਹਿਲਾਂ ਵੀ ਦੇਖਿਆ ਵੀ ਇਹਨਾਂ ਨੇ ਇੱਕ ਇਲੈਕਟ੍ਰੋਨਿਕ ਮਧਾਣੀ ਜਿਹਨੂੰ ਆਪਾਂ ਕਹਿ ਦਿੰਦੇ ਉਹਦੇ ਨਾਲ ਦੁੱਧ ਵਗੈਰਾ ਮਿਕਸ ਕੀਤਾ, ਕਿਉਂਕਿ ਆਟਾ ਇੱਕ ਐਸੀ ਚੀਜ਼ ਹੈ ਜਿਹਦੀ ਹੁਣ ਮਸ਼ੀਨਾਂ ਨਾਲ ਨਹੀਂ ਆਪਾਂ ਕਰ ਸਕਦੇ, ਕਿਉਂਕਿ ਕਰ ਸਕਦੇ ਹਾਂ ਪਰ ਇਹ ਹੁਣ ਹਰ ਇੱਕ ਤੋਲ ਦੇ ਮੁਤਾਬਕ ਹੁੰਦਾ ਵੀ ਕਿੱਥੇ ਮਸ਼ੀਨ ਵਰਤੀ ਜਾ ਸਕਦੀ ਔਰ ਕਿੱਥੇ ਨਹੀਂ, ਕਿਉਂਕਿ ਇਸ ਤਰ੍ਹਾਂ ਦੀ ਚੀਜ਼ ਆ ਮਸ਼ੀਨ ਕਈ ਵਾਰੀ ਜ਼ਿਆਦਾ ਨਹੀਂ ਮਿਕਸ ਕਰਦੀ। ਸੋ ਹੱਥ ਨਾਲ ਇਹ ਕਰਦੇ ਆ। ਇੱਧਰ ਦੂਸਰੇ ਉਹਨਾਂ ਨੇ ਆਪਣੇ ਕੰਨੀਓਂ ਇੱਕ ਮਧਾਣੀ ਛੋਟੀ ਲੈ ਕੇ ਜਿਹਦੇ ਨਾਲ ਅਸੀਂ ਘਰ ਦੇ ਵਿੱਚ ਲੱਸੀ ਵਗੈਰਾ ਜਾਂ ਕੁਝ ਤਿਆਰ ਕਰ ਦਿੰਦੇ ਹਾਂ ਘੋਲ, ਉਹ ਆਪਣੇ ਕੰਨੀਓਂ ਖੰਡ ਤੇ ਆਈ ਥਿੰਕ ਦੁੱਧ ਦਾ ਮਿਸ਼ਰਣ ਤਿਆਰ ਕਰ ਰਹੇ ਨੇ। ਸੋ ਇੱਧਰ ਦੂਸਰੇ ਪਾਸੇ ਆਟਾ ਆਲਮੋਸਟ ਤਿਆਰ ਹੈ ਜੀ, ਜਿਹਦੇ ਵਿੱਚ ਇਹਨਾਂ ਨੇ ਆਪਣੇ ਕੰਨੀਓਂ ਖੰਡ, ਘਿਓ, ਦੁੱਧ ਪਾ ਕੇ ਤੇ
ਇਹਦੇ ਵਿੱਚ ਪਾਣੀ ਦੀ ਨਹੀਂ ਵਰਤੋਂ ਕੀਤੀ, ਸਾਰਾ ਕੁਝ ਜੇ ਆਪਾਂ ਦੇਖਿਆ ਜਾਵੇ ਵੀ ਇੱਕ ਹੈਲਦੀ ਫੂਡ ਦੇ ਤੌਰ ਤੇ ਆਪਾਂ ਇਹਨੂੰ ਲੈ ਸਕਦੇ ਹਾਂ। ਕਿਉਂਕਿ ਸ਼ਹਿਰਾਂ ਦੇ ਵਿੱਚ ਜੇ ਦੇਖਿਆ ਜਾਵੇ ਵੀ ਦੇਸੀ ਘਿਓ ਦੀ ਕੋਈ ਵੀ ਚੀਜ਼ ਬਣੀ ਲੈਣੇ ਆ ਤਾਂ ਆਈ ਥਿੰਕ ਬਿਸਕੁਟ 500 ਰੁਪਏ ਕਿਲੋ ਦੇ ਹਿਸਾਬ ਨਾਲ ਤੁਹਾਨੂੰ ਦਿੱਤੇ ਜਾਣਗੇ, ਕਿਉਂਕਿ ਉੱਥੇ ਬਹੁਤ ਘੱਟ ਲੋਕ ਲੈਂਦੇ ਨੇ। ਔਰ ਜੇ ਆਪਾਂ ਕਿਸੇ ਸਾਕ ਸੰਬੰਧੀ ਨੂੰ ਕੁਝ ਦੇਣ ਜਾਣਾ ਜਾਂ ਆਪਣੇ ਲਈ ਵੀ ਆਪਾਂ ਲੈਣ ਜਾਂਦੇ ਹਾਂ, ਆਪਾਂ ਆਮ ਦੇਖਿਆ ਹੋਏਗਾ 400-500 ਰੁਪਏ ਕਿਲੋ ਤਾਂ ਦੇਸੀ ਘਿਓ ਦਾ ਆਮ ਰੇਟ ਹੈ। ਉਹਨਾਂ ਨੇ ਭੱਠੀ ਦੇ ਵਿੱਚੋਂ ਕੱਢ ਕੇ ਬਿਸਕੁਟ ਜਦੋਂ ਪੱਕ ਚੁੱਕਦੇ ਆ, ਇਹ ਜਦੋਂ ਪੱਕ ਗਏ ਨੇ, ਪੱਕ ਕੇ ਇਹਨਾਂ ਨੂੰ ਠੰਡਾ ਕੀਤਾ ਜਾਂਦਾ ਤਾਂ ਕਿ ਗਰਮ ਟਰੇ ਹੱਥਾਂ 'ਚ ਨਾ ਲੱਗੇ। ਔਰ ਉਸ ਦੇ ਬਾਅਦ ਵਿੱਚ ਇੱਕ ਟੋਕਰੇ ਦੇ ਵਿੱਚ ਇਹਨਾਂ ਨੂੰ ਪਾਇਆ ਜਾਂਦਾ। ਔਰ ਜਿਨ੍ਹਾਂ ਨੇ ਬਿਸਕੁਟ ਇਹ ਕਢਾਏ ਹੁੰਦੇ ਨੇ, ਉਹ ਆਪਣਾ ਜੋ ਵੀ ਸਾਧਨ ਲੈ ਕੇ ਆਏ ਹੁੰਦੇ ਨਾਲ, ਚਾਹੇ ਉਹ ਪੀਪਾ ਹੋਵੇ, ਚਾਹੇ ਕੋਈ ਵੱਡਾ ਬਾਕਸ, ਚਾਹੇ ਕੋਈ ਡਰਮ, ਉਹਦੇ ਵਿੱਚ ਆਪਣੇ ਕੰਨਿਓ ਉਹ ਪਾ ਲੈਂਦੇ ਨੇ। ਸੋ ਕਿਉਂਕਿ ਇਹ ਆਪਣੀ ਵਾਰੀ ਦੇ ਹਿਸਾਬ ਨਾਲ ਹੁਣ ਇਹਨਾਂ ਨੇ ਟਰੇ ਖਾਲੀ ਕਰਕੇ ਇਹ ਦੁਬਾਰਾ ਵਿਧੀ ਉਹਨਾਂ ਕੋਲੇ ਜਾ ਕੇ ਫਿਰ ਉਧਰੋਂ ਆ ਜਾਂਦੀ ਹੈ। ਸੋ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਇਹ ਬਿਸਕੁਟ ਆਪਣੇ ਚੱਕ ਕੇ, ਕਿਉਂਕਿ ਜਿੰਨੇ ਇਹਨਾਂ ਦੇ ਟ੍ਰੇਨਰ ਦੀਆਂ ਟਰੇਆਂ ਗਿਣਤੀ ਦੇ ਹਿਸਾਬ ਨਾਲ ਬਣਦੀਆਂ, ਉਨੀਆਂ ਟਰੇਆਂ ਇਹਨਾਂ ਨੇ ਆਪਣਾ ਲੈ ਕੇ ਆਪਣੇ ਬਰਤਨ ਦੇ ਵਿੱਚ ਲਿਆਂਦੇ ਹੋਏ ਦੇ ਵਿੱਚ ਪਾ ਕੇ ਆਪਣੇ ਘਰਾਂ ਨੂੰ ਉਹਨਾਂ ਦੀ ਬਣਦੀ ਕੀਮਤ ਦੇ ਕੇ ਚਲੇ ਜਾਂਦੇ ਹਨ। ਤੁਸੀਂ ਦੇਖਿਆ ਵੀ ਇੱਕ ਭੱਠ ਉੱਧਰ, ਇੱਥੇ 2 ਭੱਠ ਲੱਗੇ ਹੋਏ ਹਨ ਜਿਹੜੇ ਕਿਸ ਤਰ੍ਹਾਂ ਇਹ ਆਪਣੀ ਮਿਹਨਤ ਕਰਦੇ ਹੋਏ ਇੱਕ ਟਰੇ ਨੂੰ ਉਹਦੇ ਉੱਪਰ ਰੱਖ ਕੇ ਉਹਨੂੰ ਕਿਸ ਤਰ੍ਹਾਂ ਵਿੱਚ ਪਾਉਣਾ ਔਰ ਕਿਸ ਤਰ੍ਹਾਂ ਕੱਢਣਾ, ਤੇ ਉਧਰੋਂ ਜਦੋਂ ਠੰਡੀਆਂ ਹੋ ਜਾਂਦੀਆਂ ਬਿਸਕੁਟ ਬਣ ਕੇ ਤਿਆਰ ਹੋ ਜਾਂਦੇ ਨੇ, ਇਸ ਤਰ੍ਹਾਂ ਟਰੇਆਂ ਨੂੰ ਇੱਧਰ ਰੱਖਣਾ, ਉਹਨਾਂ ਨੂੰ ਠੰਡੇ ਹੋਣ ਦਾ ਇੰਤਜ਼ਾਰ ਕਰਨਾ। ਔਰ ਜਿਨ੍ਹਾਂ ਦੀ ਵਾਰੀ ਆਈ ਹੁੰਦੀ ਹੈ ਉਹਨਾਂ ਨੇ ਆਪਣੇ ਬਿਸਕੁਟ ਇੱਕ ਵੱਡੇ ਟੋਕਰੇ ਵਿੱਚ ਪਾ ਕੇ ਉਸ ਨੂੰ ਇੱਕ ਪੀਪੇ ਦੇ ਵਿੱਚ ਕੁਝ ਜੇ ਵੱਧ ਜਾਣ ਤਾਂ ਲਿਫਾਫੇ ਦੇ ਵਿੱਚ ਪਾ ਕੇ ਉਹ ਆਪਣਾ ਸਮਾਨ ਲੈ ਕੇ ਆਪਦੇ ਘਰ ਨੂੰ ਚਲੇ ਜਾਂਦੇ ਹਨ। ਸੋ ਇਹ ਤੁਸੀਂ ਹਮੇਸ਼ਾ ਕਢਾਉਂਦੇ ਹੋ ਜੀ? ਨਹੀਂ ਜੀ, ਸਾਲ ਬਾਅਦ ਸਾਉਣ 'ਚ ਕਢਾਉਨੇ ਆ। ਮਤਲਬ ਹਰ ਸਾਲ ਕਢਾਉਂਦੇ ਆ? ਹਾਂਜੀ। ਕਿੰਨੇ ਕੁ ਸਾਲ ਹੋ ਗਏ ਤੁਹਾਨੂੰ ਕਢਾਉਂਦਿਆਂ ਨੂੰ? ਹੋ ਗਏ ਜੀ 20 ਸਾਲ ਹੋ ਗਏ ਕਢਾਉਂਦਿਆਂ ਨੂੰ। ਕੀ ਇਹਨੂੰ ਆਪਾਂ ਕੀ ਕਹਿ ਸਕਦੇ ਹਾਂ? ਇੱਕ ਤਿਉਹਾਰ ਨੂੰ ਇਹਨੂੰ ਪਿਆਰ ਕਹਿ ਸਕਦੇ ਹਾਂ ਇੱਕ ਦੂਜੇ ਦਾ ਮਿਲਣ ਦਾ ਜੀ, ਵੀ ਆਪਣੀ ਧੀ ਨੂੰ ਮਿਲਣ ਜਾਣਾ ਜਾਂ ਰਿਸ਼ਤੇਦਾਰ ਨੂੰ, ਇਹਨੂੰ ਕੀ ਨਾਮ ਦੇ ਸਕਦੇ ਹੋ ਤੁਸੀਂ ਸਾਉਣ ਦੇ ਮਹੀਨੇ ਦੇ ਵਿੱਚ? ਇਹਦਾ ਵੀ ਸੰਧਾਰਾ ਦੇ ਕੇ ਆਉਂਦੇ ਆ ਆਪਦੀਆਂ ਕੁੜੀਆਂ ਨੂੰ, ਤੇ ਫਿਰ ਉਹਦੇ ਨਾਲ ਮਿਲਣ ਵੀ ਜਾਇਆ ਜਾਂਦਾ ਤੇ ਬੱਚਿਆਂ ਦਾ ਚਾਅ ਵੀ ਪੂਰਾ ਹੋ ਜਾਂਦਾ ਵੀ ਸਾਡੇ ਮਾਪੇ ਬਿਸਕੁਟ ਲੈ ਕੇ ਆਏ ਸਾਡੇ ਵਾਸਤੇ, ਤੇ ਸੰਧਾਰਾ ਦਾ ਨਾਮ ਦਿੱਤਾ ਜਾਂਦਾ ਇਹਨਾਂ ਨੂੰ ਵੀ ਸੰਧਾਰਾ ਦੇ ਕੇ ਆਉਂਦੇ ਆ। ਆਨੀ ਬਾਨੀ ਇੱਕ ਤਰ੍ਹਾਂ ਦਾ ਆਪਾਂ ਕਹੀਏ ਵੀ ਪਿਆਰ ਹੀ ਵੰਡਿਆ ਜਾਂਦਾ ਜੀ। ਹਾਂਜੀ। ਫਿਰ ਕੁੜੀਆਂ ਡੀਕਦੀਆਂ ਰਹਿੰਦੀਆਂ ਵੀ ਬਿਸਕੁਟ ਲੈ ਕੇ ਆਉਣਗੇ ਸਾਡੇ ਵਾਸਤੇ, ਵੀ ਸਾਉਣ ਦੇ ਮਹੀਨੇ 'ਚ ਸੰਧਾਰਾ ਲੈ ਕੇ ਆਉਣਗੇ। ਤੁਸੀਂ ਕਿੰਨੇ ਕਿਲੋ ਦੇ ਕਢਵਾਏ ਆ ਜੀ? 3 ਕਿਲੋ ਦੇ ਕਢਵਾਏ ਆ ਜੀ। ਤੁਹਾਡੇ ਇੱਕ ਪੀਪੇ 'ਚ ਤੁਹਾਡਾ ਪੂਰਾ ਹੋ ਗਿਆ ਜੀ ਕਿ ਹੋਰ ਤੁਹਾਨੂੰ ਪੀਪਾ ਕਰਨਾ? ਪੀਪਾ ਭਰ ਕੇ ਤੇ ਜਿਹੜਾ ਪੀਪਾ ਭਰ ਗਿਆ ਉਹ ਕੁੜੀ ਨੂੰ ਦੇ ਆਉਣਾ, ਤੇ ਬਾਕੀ ਜਿਹੜੇ ਵੱਧ ਗਏ ਤੇ ਉਹ ਘਰੇ ਬੱਚੇ ਖਾ ਲੈਣਗੇ। ਮਿਹਰਬਾਨੀ, ਥੈਂਕ ਯੂ ਜੀ। ਸੋ ਜਿੱਥੇ ਅਸੀਂ ਕੁਝ ਮਾਤਾਵਾਂ ਤੋਂ ਪੁੱਛਿਆ ਗਿਆ ਵੀ ਕਿਸ ਤਰ੍ਹਾਂ ਇਹ ਤਿਉਹਾਰ ਆ, ਇੱਥੇ ਹੀ ਜਿੱਥੇ ਕੁਝ ਆਪਣੇ ਇੱਥੋਂ ਦੇ ਬੰਦੇ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਵੀ ਉਹ ਵੀ ਆਪਦੀ ਵੇਟਿੰਗ ਲਾਈਨ ਦੇ ਵਿੱਚ ਬੈਠਿਆ, ਇਕੱਲੀਆਂ ਔਰਤਾਂ ਨਹੀਂ ਤੇ ਮਰਦ ਵੀ ਆਉਂਦੇ ਨੇ, ਅਸੀਂ ਉਹਨਾਂ ਤੋਂ ਵੀ ਕੁਝ ਪੁੱਛਦੇ ਹਾਂ। ਸੋ ਤੁਸੀਂ ਕਿੱਥੋਂ ਆਏ ਹੋ ਜੀ, ਕਿਹੜੇ ਪਿੰਡ ਤੋਂ? ਛੋਟੇ ਕੌਂਕੇ ਤੋਂ ਆਏ ਜੀ। ਕੀ ਇਹ ਤੁਸੀਂ ਬਿਸਕੁਟ ਜਿਹੜਾ ਕਢਾਉਣਾ ਆ ਤੁਹਾਡੇ ਆਪਣੇ, ਤੁਸੀਂ ਕਿਹਨਾਂ ਨੂੰ ਦੇਣੇ ਆ ਇਹ ਬਿਸਕੁਟ? ਇਹ ਬਿਸਕੁਟ ਭੈਣਾਂ ਦੀ ਖਾਤਰ ਹੈ ਜੀ, ਬਾਕੀ ਫਿਰ ਨਾਲ ਆਪਦਾ ਘਰ ਦਾ ਵੀ ਬੰਦੇ ਕਢਾ ਲੈਂਦੇ ਆ। ਵੈਸੇ ਤਾਂ ਇਹ ਭੈਣਾਂ ਦਾ ਤਿਉਹਾਰ ਆ, ਸਾਉਣ ਦਾ ਮਹੀਨਾ। ਇਹ ਕਿੰਨੇ ਕੁ ਜੇ ਤੁਸੀਂ ਦੇਖਿਆ ਜਾਵੇ ਜਾਣੀ ਦੀ ਇਹ ਕੀ ਤੁਸੀਂ ਕੀ ਸਮਝਦੇ ਹੋ ਇਹਦੇ ਬਾਰੇ? ਜਿਵੇਂ ਅਸੀਂ ਪੁੱਛਿਆ ਕਈਆਂ ਨੂੰ ਵੀ ਉਹ ਕਹਿੰਦੇ ਵੀ ਇੱਕ ਮਿਲਣ ਵਰਤਣ ਦਾ, ਇੱਕ ਪਿਆਰ ਦਾ ਤਿਉਹਾਰ ਹੋ ਗਿਆ ਵੀ ਬਹਾਨੇ ਸਿਰ ਮਿਲਿਆ ਜਾਂਦਾ, ਅਸੀਂ ਇੱਕ ਸੰਧਾਰਾ ਲੈ ਕੇ, ਤੁਸੀਂ ਇਹਨੂੰ ਕੀ, ਤੁਹਾਡੀ ਕੀ ਸੋਚ ਹੈ ਜੀ ਇਹਦੇ? ਸੋਚ ਤਾਂ ਜੀ ਦੇਖੋ, ਮਿਲਣ ਨੂੰ ਤਾਂ ਹੁਣ ਬੰਦੇ ਆਪਾਂ ਮਿਲਦੇ ਹੀ ਰਹਿੰਦੇ ਆ, ਜਾਂਦੇ ਆਉਂਦੇ ਰਹਿੰਦੇ ਆ, ਪਰ ਇਹ ਹੁਣ ਪਿੱਛੇ ਸਦੀਆਂ ਤੋਂ ਤੁਰਿਆ ਆਇਆ ਸਾਉਣ ਦਾ ਮਹੀਨਾ ਸੰਧਾਰਾ, ਤੇ ਖਾਸ ਉੱਦਾਂ ਤਾਂ ਵੈਸੇ 6 ਮਹੀਨੇ ਵੀ ਦਿੰਦੇ ਆ, ਤੇ ਪਰ ਜਿਹੜਾ ਸਾਉਣ ਦਾ ਸੰਧਾਰਾ ਹੁੰਦਾ ਇਹ ਥੋੜ੍ਹਾ ਜਿਹਾ ਬੰਦਿਆਂ ਦੇ ਮਨ 'ਚ ਜ਼ਿਆਦਾ ਉਤਸ਼ਾਹ ਪਿਆਰ ਹੁੰਦਾ। ਤੇ ਜੇ ਦੇਖਿਆ ਜਾਵੇ ਜੀ ਆਪਾਂ ਜਿਵੇਂ ਆਪਾਂ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ
ਚਲੋ ਕੁੜੀ ਮੁੰਡੇ ਦੇ ਵਿੱਚ ਕੋਈ ਐਡਾ ਫਰਕ ਨਹੀਂ ਹੁੰਦਾ ਜੀ, ਪਰ ਜਿੱਥੇ ਆਪਾਂ ਦੇਖਿਆ ਜਾਵੇ ਵੀ ਇਹ ਜ਼ਿਆਦਾਤਰ ਇੱਕ ਕੁੜੀਆਂ ਲਈ, ਆਪਣੀਆਂ ਕੁੜੀਆਂ ਚਾਹੇ ਕਰਦੀਆਂ ਭੈਣਾਂ ਕਹਿ ਦਿਓ, ਚਾਹੇ ਆਪਦੀਆਂ ਬੱਚੀਆਂ ਕਹਿ ਦਿਓ, ਚਾਹੇ ਕੋਈ ਨੂੰਹ ਲਈ ਕਹਿ ਦਿਓ, ਤੁਹਾਡੇ ਚਾਹੇ ਜੇ ਬੇਟਾ ਤੁਹਾਡਾ ਉਹ ਵੀ ਵਿਆਹਿਆ ਹੋਇਆ ਉਹਦੇ ਲਈ ਵੀ ਸੰਧਾਰਾ ਆਉਂਦਾ ਹੋਵੇਗਾ। ਕਿਤੇ ਨਾ ਕਿਤੇ ਮਾਪੇ ਆਪਾਂ ਕਹਿ ਸਕਦੇ ਹਾਂ ਵੀ ਪੁੱਤ ਇਹ ਇੱਕ ਐਸਾ ਤਿਉਹਾਰ ਹੈ ਜਿੱਥੇ ਪੁੱਤਰਾਂ ਨਾਲੋਂ ਵੱਧ ਕੇ ਵੀ ਧੀਆਂ ਨੂੰ ਪਿਆਰ ਦਿੱਤਾ ਜਾਂਦਾ ਜੀ। ਹਾਂਜੀ, ਇਹ ਤਾਂ ਹੁਣ ਜੇ ਦੇਖਿਆ ਜਾਵੇ, ਸੋਚਿਆ ਜਾਵੇ, ਇਹ ਤਾਂ ਹੁਣ ਆਪਾਂ ਨੂੰ ਸਾਹਮਣੇ ਹੀ ਆ ਸਾਰਾ ਕੁਝ ਵੀ ਇਹ ਖਾਸ ਕਰਕੇ ਭੈਣਾਂ ਦੀ ਖਾਤਰ ਹੀ ਸੰਧਾਰਾ ਚੱਲਦਾ। ਪੁੱਤਾਂ ਨਾਲੋਂ ਵੀ ਇਹ ਤਾਂ ਹੁਣ ਜੇ ਦੇਖਿਆ ਸੋਚਿਆ ਜਾਵੇ ਤਾਂ ਵੱਧ ਹੀ ਆ ਭੈਣਾਂ ਦਾ। ਇਹ ਤੁਸੀਂ ਮਤਲਬ ਜਿਵੇਂ ਕਈਆਂ ਵਿੱਚ ਆਪਾਂ ਦੇਖਿਆ ਜਾਂਦਾ ਜੀ ਵੀ ਖੁਸ਼ੀ ਘੱਟ ਹੁੰਦੀ ਆ, ਮਜਬੂਰੀ ਜ਼ਿਆਦਾ ਹੁੰਦੀ ਆ, ਪਰ ਇਹਦੇ 'ਚ ਮੈਂ ਦੇਖਿਆ ਵੀ ਇਹਦੇ 'ਚ ਖੁਸ਼ੀ ਜ਼ਿਆਦਾ ਵਾ, ਮਜਬੂਰੀ ਘੱਟ ਹੈ। ਇਹ ਤਾਂ ਹੈਗਾ ਜੀ, ਇਹਦੇ 'ਚ ਕੋਈ ਮਜਬੂਰੀ ਵਾਲੀ ਗੱਲ ਨਹੀਂ ਹੈ, ਇਹ ਖੁਸ਼ੀ ਦਾ ਹੁੰਦਾ ਵਾ। ਭੈਣਾਂ ਵੀ ਉਡੀਕਦੀਆਂ, ਇੰਤਜ਼ਾਰ ਕਰਦੀਆਂ ਹੁੰਦੀਆਂ, ਤੇ ਇੱਧਰੋਂ ਭਰਾਵਾਂ ਨੂੰ ਵੀ ਤਾਂਘ ਹੁੰਦੀ ਹੈ। ਹਰ ਘਰ 'ਚ ਪਰਿਵਾਰ 'ਚ ਬੰਦਾ ਨੂੰ ਇਹੀ ਹੁੰਦਾ ਵੀ ਛੇਤੀ ਤੋਂ ਛੇਤੀ ਜਾਈਏ। ਚਲੋ ਕੰਮਾਂ ਕਾਰਾਂ ਦੇ ਵਿੱਚ ਬੰਦਾ ਲੇਟ ਫੇਟ ਹੋ ਜਾਂਦਾ ਕੁਛ ਦਿਨ, ਪਰ ਅੰਦਰੋਂ ਮਨ 'ਚ ਤਾਂਘ ਹੁੰਦੀ ਆ। ਭੈਣਾਂ ਵੀ ਉਡੀਕਦੀਆਂ ਹੁੰਦੀਆਂ ਤੇ ਭਰਾਵਾਂ ਨੂੰ ਵੀ ਤਾਂਘ ਹੁੰਦੀ ਆ। ਕਿਤੇ ਨਾ ਕਿਤੇ ਉਹਨਾਂ ਦਾ ਦੁੱਖ ਸੁੱਖ ਫਰੋਲਿਆ ਜਾਵੇ, ਉੱਥੇ ਜਾ ਕੇ ਕੁਝ ਦੋ ਗੱਲਾਂ ਉਹਨਾਂ ਨਾਲ ਕਰਾਂਗੇ, ਉਹ ਸਾਨੂੰ ਦੋ ਗੱਲਾਂ ਦੱਸਣਗੀਆਂ, ਅਸੀਂ ਉਹਨਾਂ ਨੂੰ ਘਰ ਦੀਆਂ ਦੋ ਗੱਲਾਂ ਦੱਸਾਂਗੇ। ਕੁਝ ਇਸ ਤਰ੍ਹਾਂ ਦਾ ਰਿਸ਼ਤਿਆਂ ਦੇ ਵਿੱਚ ਵੀ ਨਜ਼ਦੀਕੀਆਂ ਲਿਆਉਣ ਲਈ ਵੀ ਇਹ ਤਿਉਹਾਰ ਕਹਿ ਸਕਦੇ ਹਾਂ ਆਪਾਂ ਜੁੜਿਆ ਹੋਇਆ। ਹਾਂਜੀ, ਇਹ ਨਜ਼ਦੀਕੀਆਂ ਦੀ ਖਾਤਰ ਹੈ। ਬਾਕੀ ਭੈਣਾਂ ਨੂੰ ਚਾਅ ਵੀ ਹੁੰਦਾ, ਹੌਸਲਾ ਵੀ ਹੁੰਦਾ, ਬੰਦਾ ਬਹਿੰਦਾ ਗੱਲਾਂ ਬਾਤਾਂ ਕਰਦਾ। ਭੈਣ ਨੂੰ ਕਿੱਡੀ ਖੁਸ਼ੀ ਹੋਊਗੀ ਭਰਾ ਸੰਧਾਰਾ ਲੈ ਕੇ ਆਇਆ। ਇਹ ਜ਼ਿਆਦਾਤਰ ਭਰਾ ਹੀ ਲੈ ਕੇ ਜਾਂਦੇ ਆ ਜੀ। ਨਹੀਂ, ਭਰਾ ਵੀ ਲੈ ਜਾਂਦੇ ਆ, ਬੱਚਿਆਂ ਨੂੰ ਵੀ ਭੇਜ ਦਿੰਦਾ, ਭਤੀਜੇ ਵੀ ਚਲੇ ਜਾਂਦੇ ਆ, ਮਾਂ ਪਿਓ ਵੀ ਚਲੇ ਜਾਂਦੇ ਆ। ਇਹ ਤਾਂ ਪਰਿਵਾਰ ਦੇ ਵਿੱਚੋਂ ਕੋਈ ਵੀ ਮੈਂਬਰ ਜਾ ਰਹੇ, ਤੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਭਰਾ ਨਹੀਂ ਜਾਣਾ। ਭਰਾ ਪੁੱਤ ਨੂੰ ਵੀ ਭੇਜ ਸਕਦਾ, ਭਤੀਜਾ ਵੀ ਦੇ ਕੇ ਆ ਸਕਦਾ, ਮਾਂ ਪਿਓ ਵੀ ਜਾ ਸਕਦੇ। ਜੇ ਭਰਾ ਘਰੇ ਨਹੀਂ ਮਤਲਬ ਹਾਜ਼ਰ, ਤੇ ਪਰਿਵਾਰ 'ਚੋਂ ਕੋਈ ਵੀ ਦੇ ਆਵੇ, ਕੋਈ ਇਦਾਂ ਤਾਂ ਨਹੀਂ। ਤੁਹਾਡਾ ਕਿੰਨਵਾਂ ਨੰਬਰ ਆ ਜੀ ਅੱਜ ਆਉਣ ਵਾਲਾ ਕਿ ਆ ਗਿਆ ਜੀ ਹਲੇ? ਬਸ ਜੀ ਹੁਣ ਸਮਾਨ ਪਾਇਆ, ਬਸ ਤਿਆਰੀ ਆ ਹੁਣ। ਕਿੰਨੇ ਕੁ ਚਿਰ ਦੀ ਵੇਟ ਕਰਨੀ ਪੈ ਰਹੀ ਹੈ ਜੀ ਤੁਹਾਨੂੰ? ਇੱਥੇ ਕਿੰਨਾ ਕੁ ਚਿਰ ਲੱਗਿਆ ਜੀ? ਕਾਫੀ ਟਾਈਮ ਹੋ ਗਿਆ ਜੀ, ਲੈਣਾ ਲੱਗੀਆਂ ਮੈਂ ਤੁਹਾਡੇ ਸਾਹਮਣੇ ਆ, ਹੁਣ ਦੇਖ ਲਓ, ਤੇ ਬਹੁਤ ਟਾਈਮ ਹੋ ਗਿਆ ਵੇਟ ਕਰਦਿਆਂ ਨੂੰ। ਸਵੇਰ ਨੰਬਰ ਲਿਖਾ ਕੇ ਗਏ ਸੀਗੇ, ਤੇ ਹੁਣ ਵੀ 2-2.5 ਘੰਟੇ ਹੋ ਗਏ। ਤੇ ਹੁਣ ਜਿਹੜਾ ਇੱਕ ਇਹ ਕਹਿੰਦੇ ਆ ਜੀ ਅੱਜ ਕੱਲ੍ਹ ਇਹ ਵੀ ਸੁਣਨ ਨੂੰ ਮਿਲਿਆ ਵੀ ਭੱਠੀਆਂ ਆ ਗਈਆਂ ਨਵੀਆਂ ਜਿਹੜੀਆਂ ਬਿਜਲੀ ਨਾਲ ਚੱਲਦੀਆਂ ਜੀ, ਤੁਸੀਂ ਉਹ ਤੇ ਜ਼ਿਆਦਾ ਯਕੀਨ ਕਰਦੇ ਹੋ ਕਿ ਇਹ ਤੇ? ਦੇਖੋ ਜੀ, ਉਹ ਭੱਠੀਆਂ ਮੈਂ ਤਾਂ ਸੁਣਿਆ ਵਾ, ਪਰ ਆਮ ਲੋਕਾਂ ਦਾ ਕਹਿਣਾ, ਮੈਂ ਭੱਠੀਆਂ ਨਹੀਂ ਦੇਖੀਆਂ, ਮੈਂ ਸੁਣਿਆ ਜ਼ਰੂਰ ਆ, ਪਰ ਆਮ ਲੋਕਾਂ ਦਾ ਕਹਿਣਾ ਵੀ ਨਹੀਂ, ਉਹ ਭੱਠੀਆਂ ਕਾਮਯਾਬ ਨਹੀਂ ਹੈ। ਉਹਨਾਂ ਦੀ ਉਹ ਬਿਜਲੀ ਤੇ ਚੱਲਦੀਆਂ, ਥੋੜੀ ਉਹਨਾਂ ਦੀ ਹੀਟ ਦਾ ਵੀ ਫਰਕ ਪੈਂਦਾ। ਇਹ ਜਿਹੜੀਆਂ ਚੀਜ਼ਾਂ ਵਾ ਇਹ ਆਪਣੀਆਂ ਅੱਗ ਦੇ ਨਾਲ ਚੀਜ਼ ਪੱਕਣੀ ਆ, ਮੜਾ ਕੇ ਪੱਕਣੀ। ਜਿਵੇਂ ਆਪਣਾ ਪਹਿਲੀਆਂ 'ਚ ਬੁੜੀਆਂ ਹਾਰੀਆਂ 'ਚ ਤੌੜੀਆਂ 'ਚ ਦਾਲਾਂ ਧਰਦੀਆਂ ਕੱਚੀ ਦੇ ਮਿੱਟੀ ਭਾਂਡਿਆਂ 'ਚ, ਤੇ ਹੁਣ ਜਿਵੇਂ ਆਪਾਂ ਕੁੱਕਰਾਂ 'ਚ 2 ਸੀਟੀਆਂ ਮਰਾ ਦਈਏ ਗੈਸ ਤੇ ਰੱਖ ਕੇ, ਨੈਚੁਰਲ ਤਰੀਕੇ ਨਾਲ ਜਿਹਨੂੰ ਆਪਾਂ ਕਹਿੰਦੇ ਵੀ ਹਾਂਜੀ ਨੈਚੁਰਲ ਸੋਰਸ ਨਾਲ ਕੀਤੀਆਂ ਜਾਂਦੀਆਂ। ਹਾਂਜੀ, ਇਹ ਉਹ ਚੀਜ਼ ਬਣਦੀ ਹੈ। ਇਹ ਮੜਾ ਕੇ ਪੱਕਣੇ ਆ, ਤੇ ਅੱਗ ਵੀ ਲੱਕੜਾਂ ਦੀ ਨਾਲ ਪੱਕਣੇ ਆ। ਉਹ ਤਾਂ ਫਿਰ ਹੁਣ ਬਿਜਲੀ ਵਾਲਾ ਕੰਮ ਆ, ਉਹਨੇ ਤਾਂ ਹੀਟ ਦੇ ਦੇਣੀ ਆ, ਤੇ ਉਹਦਾ ਟੇਸਟ ਸਵਾਦ ਵੀ ਉਹਨਾਂ ਨਹੀਂ ਆਉਣਾ। ਇਹਨਾਂ ਦੇ ਵਿੱਚ ਟੇਸਟ ਦਾ ਵੀ ਫਰਕ ਰਹੂਗਾ। ਬਸ ਉਹੀ ਚੀਜ਼ ਆ ਵੀ ਜਿਹੜੀ ਤੌੜੀ ਵਾਲੀ ਦਾ ਬੁੜੀਆਂ ਹਾਰੀ 'ਚ ਧਰਦੀਆਂ ਰਹੀਆਂ, ਇਹ ਉਹ ਚੀਜ਼ ਬਣ ਜਾਣੀ ਹੈ। ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਅਸੀਂ ਅੱਜ ਤੁਹਾਨੂੰ ਜਿਹੜਾ ਬਿਸਕੁਟਾਂ ਦਾ ਭੱਠ ਆ, ਜਿਹਨੂੰ ਇੱਥੇ ਭੱਠ ਸ਼ਬਦ ਵਰਤਿਆ ਜਾਂਦਾ, ਉਹ ਤੁਹਾਨੂੰ ਦਿਖਾਇਆ। ਹੁਣ ਇਸ ਦੇ ਬਾਅਦ ਚੋਂ ਤੁਹਾਨੂੰ ਅਸੀਂ ਜਿਹੜਾ ਇਲੈਕਟ੍ਰੋਨਿਕ, ਜਿਹਨੂੰ ਆਪਾਂ ਕਹਿ ਦਈਏ ਵੀ ਬਿਜਲੀ ਨਾਲ ਚੱਲਣ ਵਾਲੇ ਉਪਕਰਨ ਦਾ, ਤੁਹਾਨੂੰ ਦਿਖਾਵਾਂਗੇ ਵੀ ਬਿਸਕੁਟ ਕਿਸ ਤਰੀਕੇ ਨਾਲ ਕੱਢੇ ਜਾਂਦੇ ਨੇ। ਆਓ ਤੁਹਾਨੂੰ ਉੱਥੇ ਹੁਣ ਅਸੀਂ ਲੈ ਕੇ ਚੱਲਦੇ ਹਾਂ। ਸੋ ਜਿਵੇਂ ਤੁਹਾਨੂੰ ਦੱਸਿਆ ਵੀ ਅਸੀਂ ਹੁਣ ਇੱਕ ਦੇਸੀ ਭੱਠ ਤੋਂ ਆ ਕੇ ਹੁਣ ਇੱਕ ਜਿਹੜਾ ਨਵਾਂ ਯੁੱਗ, ਜਿਹਨੂੰ ਆਪਾਂ ਕਹਿ ਦਈਏ ਵੀ ਭੱਠੀ ਕਰਨ, ਇਲੈਕਟ੍ਰੋਨਿਕ ਜਿਹਨੂੰ ਆਪਾਂ ਮਸ਼ੀਨ ਕਹਿ ਸਕਦੇ ਹਾਂ, ਹੁਣ ਤੁਹਾਨੂੰ ਅਸੀਂ ਉਹ ਦਿਖਾਉਣ ਜਾ ਰਹੇ ਹਾਂ। ਵਿਧੀ ਸੇਮ ਹੈ, ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਘੋਲ ਉਹਨਾਂ ਦਾ ਬਣਾਉਣ ਦਾ, ਜੋ ਆਟਾ ਬਣਾਉਣ ਦੀ ਵਿਧੀ ਆ, ਉਹ ਸੇਮ ਹੀ ਆ। ਅਸੀਂ ਇਹਨਾਂ ਤੋਂ ਵੀ ਪੁੱਛ ਲੈਂਦੇ ਹਾਂ ਵੀ ਕਿੰਨਾ ਕੁ ਫਰਕ ਆ ਜੀ ਉਹਨਾਂ ਦੇ ਨਾਲ। ਤੁਸੀਂ ਇਹਦੇ ਬਾਰੇ ਕੀ ਕਹੋਗੇ ਜੀ? ਜਿਹੜੀ ਜਿਵੇਂ ਪੁਰਾਣਾ ਇੱਕ ਭੱਠ ਆ ਤੇ ਇੱਕ ਨਵੀਂ ਮਸ਼ੀਨ ਆਈ ਆ, ਕੀ ਫਰਕ ਆ ਜੀ ਇਹਦੇ ਤੇ ਉਹਦੇ 'ਚ? ਇਹ 'ਚ ਫਰਕ ਆ ਜੀ। ਫਰਕ ਹੈ ਕਿ ਮਤਲਬ ਇੱਕੋ ਜਿਹਾ ਨਿਕਲਦਾ ਬੈਕਵਰਡ, ਕੋਈ ਕਾਲਾ ਨਹੀਂ ਹੁੰਦਾ, ਬਿਲਿਆ ਨਹੀਂ ਹੁੰਦਾ, ਇੱਕ ਧੂਆਂ ਨਹੀਂ ਕਰਦੀ ਹੈ ਜਮਾਂ ਹੀ। ਆਹ ਚੀਜ਼ਾਂ ਦਾ ਫਰਕ ਆ ਜੀ। ਨਹੀਂ, ਪਰ ਜਿਹੜੀ ਬਣਾਉਣ ਦੀ ਵਿਧੀ ਅਸੀਂ ਦੇਖਦੇ ਹਾਂ, ਤੁਸੀਂ ਵੀ ਉਵੇਂ ਤੁਸੀਂ ਕੀ ਪਾਉਨੇ ਇਹਦੇ ਵਿੱਚ? ਅਸੀਂ ਇਹ 'ਚ ਘਿਓ, ਆਟਾ, ਖੰਡ ਤੇ ਮਸਾਲਾ, ਦੁੱਧ, ਇਹ ਚੀਜ਼ਾਂ ਪਾਉਂਦੇ। ਮਤਲਬ ਵਿਧੀ ਸੇਮ ਹੀ ਹੈ, ਸਿਰਫ ਜਿਹੜੀ ਇੱਕ ਜਿਹਨੂੰ ਆਪਾਂ ਬਣਾਉਣ ਦਾ ਤਰੀਕਾ, ਜਿਵੇਂ ਉਹ ਉੱਥੇ ਭੱਠੀ 'ਚ ਬਣਦੇ ਆ ਅੱਗ ਦੇ ਮੂਹਰੇ ਬਹਿ ਕੇ, ਇੱਥੇ ਤੁਸੀਂ ਇੱਕ ਇਲੈਕਟ੍ਰੋਨਿਕ ਭੱਠੀ ਹੈ ਜਿਹਨੂੰ ਬਿਜਲੀ ਨਾਲ ਚੱਲਦੀ ਹੈ, ਉਹਦੇ ਵਿੱਚ ਪਾ ਕੇ ਇੱਕ ਟਾਈਮਰ ਲਾ ਦਿੰਦੇ ਹੋ, ਇਹੀ ਕਹਿ ਸਕਦੇ ਹਾਂ? ਇਹ ਟਾਈਮ ਲਾਉਂਦੇ। ਤੇ ਕਿੰਨਾ ਕੁ ਪਸੰਦ ਕਰਦੇ ਆ ਜੀ ਲੋਕ, ਜੇ ਦੇਖਿਆ ਜਾਵੇ? ਬਹੁਤ ਪਸੰਦ ਕਰਦੇ ਜੀ ਲੋਕ, ਕਹਿੰਦੇ ਵੀ ਬੈਕਵਰਡ ਵਧੀਆ ਸਵਾਦ ਬਣਦੇ ਆ ਤੂੰ ਭੱਠ ਨਾਲੋਂ। ਇੱਕ ਕਹਿੰਦੇ ਰੰਗ ਵਧੀਆ ਹੁੰਦਾ ਬੈਕਵਰਡਾਂ ਦਾ, ਬਹੁਤ ਵਧੀਆ ਮਿਲਦੇ ਲੋਕ। ਕਿੰਨਾ ਕੁ ਟਾਈਮ ਦੇ ਵਿੱਚ ਜੇ ਆਪਾਂ ਦੇਖਿਆ ਜਾਵੇ ਜੀ, ਜਿਵੇਂ ਉੱਥੇ ਰੂਟੀਨ ਦੇ ਵਿੱਚ 1-2 ਘੰਟੇ ਆਰਾਮ ਨਾਲ ਲੱਗ ਜਾਂਦਾ, ਇੱਥੇ ਕਿੰਨਾ ਟਾਈਮ ਲੱਗਦਾ ਗੁੰਨਣ ਤੋਂ ਲੈ ਕੇ, ਵਿਧੀ ਤਿਆਰ ਕਰਨ ਤੋਂ ਲੈ ਕੇ ਬਣਾਉਣ ਤੱਕ?
ਇਹਦਾ ਮੈਂ 15-20 ਮਿੰਟ ਦਾ ਕੰਮ ਹੈ ਜੀ, কাৰণ ਇਹ 9 ਮਿੰਟ ਦੀ ਪਕਾਈ ਆ, 5-7 ਮਿੰਟ ਇੱਧਰ ਬਣਾਉਣ ਨੂੰ ਲੱਗ ਜਾਂਦੇ, ਇੰਨਾ ਟਾਈਮ ਲੱਗਦਾ। ਤੇ ਜਿਹੜਾ ਫਿਰ ਇਹਦੇ 'ਚ ਤੁਸੀਂ ਬਣਵਾਈ ਲੈਂਦੇ ਹੋ ਉਹ ਕਿੰਨੀ ਲੈਂਦੇ ਹੋ ਤੁਸੀਂ? ਜਿਵੇਂ 2 ਕਿਲੋ ਆਟੇ ਦੇ ਪਿੱਛੇ ਲਾ ਲਈਏ, 2 ਕਿਲੋ ਆਟੇ ਦੇ ਲੈਣੇ ਅਸੀਂ ਲੈਂਦੇ ਜੀ 160 ਰੁਪਏ ਕਿਲੋ ਲੈਂਦੇ ਆ, 120 ਰੁਪਏ ਕਿਲੋ ਹੋ ਗਏ। 120 ਰੁਪਏ ਤੁਸੀਂ 2 ਕਿਲੋ ਦੇ ਲੈਂਦੇ ਹੋ ਜੀ, 60 ਰੁਪਏ ਕਿਲੋ ਦੇ ਹਿਸਾਬ ਨਾਲ। 60 ਰੁਪਏ ਹਿਸਾਬ। ਤੇ ਆਮ ਜਿਵੇਂ ਰੂਟੀਨ ਦੇ ਵਿੱਚ ਦੇਖਣ ਨੂੰ ਮਿਲਦਾ ਵੀ ਰਸ਼ ਬਹੁਤ ਹੁੰਦਾ, ਅਸੀਂ ਤੁਹਾਡੇ ਵੀ ਦੇਖ ਰਹੇ ਹਾਂ ਵੀ ਬੰਦੇ ਆਏ ਹੋਏ ਨੇ। ਤੇ ਜਿਹੜੀ ਤੁਹਾਡੇ ਕਿੰਨੇ ਕਾਰੀਗਰ ਟੋਟਲ ਕੰਮ ਕਰਦੇ ਆ ਤੇ ਜਿਹੜਾ ਔਰ ਕਿੰਨੇ ਮਹੀਨਿਆਂ ਦਾ ਕੰਮ ਹੈ ਇਹ ਤੁਹਾਡਾ? ਸਾਡਾ ਇਹ ਮਤਲਬ ਵੱਧ ਤੋਂ ਵੱਧ 1.5 ਮਹੀਨੇ ਦਾ ਕੰਮ ਹੈ ਜੀ ਇਹ। 4 ਬੰਦੇ ਆ ਅਸੀਂ, 4 ਬੰਦੇ ਆ। ਪੂਰਾ ਜਿਹੜੇ ਆਪਾਂ ਕਹਿ ਦਈਏ ਵੀ ਜੇ ਜਿੰਨੀ ਤੁਸੀਂ ਇਹਦੀ ਕਿੰਨੀ ਕੁ ਕੀਮਤ ਆ ਜੇ ਦੇਖਿਆ ਜਾਵੇ ਭੱਠੀ ਦੀ, ਕਿਉਂਕਿ ਅਸੀਂ ਜਿਵੇਂ ਪਹਿਲਾਂ ਦੇਖ ਕੇ ਆਏ ਆ ਪੁਰਾਣਾ ਟਾਈਮ, ਉਹਦੇ ਵਿੱਚ ਇੱਕ ਝੋਕਾ ਲਾਇਆ ਜਾਂਦਾ ਲੱਕੜਾਂ ਦਾ, ਪੁਰਾਣੀ ਭੱਠੀ ਹੈ, ਉਹਦੇ 'ਚ ਮੈਨੂੰ ਖਰਚਾ ਨਹੀਂ ਕੁਝ ਬਾਹਲਾ ਲੱਗ ਰਿਹਾ, ਇਹਦੇ 'ਚ ਬਿਜਲੀ ਵੀ ਫੁੱਕਦੀ ਹੈ, ਕਿੰਨਾ ਕੁ ਫਰਕ ਆ ਖਰਚੇ ਦਾ ਦੇਖਿਆ ਜਾਵੇ? ਦੁੱਗਣੇ ਦਾ ਫਰਕ ਆ ਜੀ, ਉਦੋਂ ਇਹ ਦੁੱਗਣੇ ਦਾ ਫਰਕ ਆ ਉਹਦੇ ਨਾਲ। ਇੱਕ ਇਹਦੀ ਇੱਕ ਇੰਨੀ ਮੌਜ ਆ ਵੀ ਇੱਕ ਨਾ ਬਿਸਕੁਟ ਜਮਾ ਕੋਈ ਕਾਲਾ ਨਹੀਂ ਹੁੰਦਾ, ਕੋਈ ਐਂ ਨਹੀਂ ਹੁੰਦਾ ਵੀ ਕਿਵੇਂ ਭੱਠੀ ਕੋਈ ਲੱਕੜਾਂ ਦੀ ਹੁੰਦੀ ਆ, ਉਹਦੇ ਵਿੱਚ ਟਰੇਆਂ ਮਕੇਰੀ ਮੱਚ ਜਾਂਦੀਆਂ ਵਾ, ਕਾਲੀਆਂ ਵੀ ਹੁੰਦੀਆਂ ਵਾ, ਆਹ ਚੀਜ਼ ਜਦੋਂ ਉਹਦੀ ਬਚਦਾ ਇਹਦੀ ਬਸ। ਕੀ ਕਾਸਟ ਕਰਦੀ ਹੈ ਜੀ ਮਸ਼ੀਨ ਇਹ ਦੇਖਿਆ ਜਾਵੇ ਵੀ ਜੇ ਆਪਾਂ ਕੰਪੈਰੀਜ਼ਨ ਕਰੀਏ ਦੋਨਾਂ ਦਾ? ਇਹ ਬਾਹਲਾ ਅੱਧੋ ਦਾ ਫਰਕ ਆ ਜੀ। ਕਿੰਨੇ ਦੀ ਕੀ ਕਾਸਟ ਆ ਜੀ ਇਹਦੀ? ਇਹ ਮਤਲਬ ਜੇ ਕੁਆਂਟਲ ਕੱਢਦੀ ਆ ਭੱਠ ਨਾਲ ਵੱਧ ਤੋਂ ਵੱਧ 8-7 ਦੇ ਲੱਕੜਾਂ ਖਾਊਗਾ, ਇਹ 1100 ਦੇ ਲਿਖਾਉਂਦੀ ਆ। ਤੇ ਜੇ ਮਸ਼ੀਨ ਦੀ ਪੂਰੀ ਦੀ ਦੇਖਿਆ ਜਾਵੇ ਕੀਮਤ ਕੀ ਹੈ ਜੀ ਇਹਦੀ? ਇਹ ਨਵੀਂ ਦੀ 4 ਲੱਖ ਆ ਜੀ, ਇਹ ਆਪਾਂ ਚੱਲਦੀ ਲਈ ਆ 2.5 ਲੱਖ ਦੀ। ਤੇ ਜ਼ਿਆਦਾਤਰ ਜਾਣੀ ਦੀ ਜੇ ਆਪਾਂ ਦੇਖਿਆ ਜਾਵੇ ਵੀ ਨਵਾਂ ਬਦਲਾਵ ਜਿਹਨੂੰ ਆਪਾਂ ਕਹਿ ਦਈਏ ਨਵਾਂ ਜ਼ਮਾਨਾ, ਇਹ ਬਦਲਾਵ ਹੌਲੀ ਹੌਲੀ ਆਉਂਦਾ ਜਾ ਰਿਹਾ ਜੀ। ਹਾਂਜੀ ਬਹੁਤ ਫਰਕ ਪੈ ਰਿਹਾ ਕਿਲੋ, ਜ਼ਿਆਦਾ ਫਰਕ, ਥੋੜਾ ਨਹੀਂ ਜ਼ਿਆਦਾ ਫਰਕ ਪੈ ਰਿਹਾ। ਹਾਂਜੀ ਤੇ ਤੁਸੀਂ ਜਿਵੇਂ ਦੇਖ ਸਕਦੇ ਹੋ ਵੀ ਇਹ ਹੁਣ ਜਿਹੜੇ ਬਿਸਕੁਟ ਆ ਜਿਵੇਂ ਅਸੀਂ ਉੱਥੇ ਦੇਖੇ ਸੀ, ਸੋ ਜੇ ਤੁਸੀਂ ਇੱਥੇ ਦੇਖਿਆ ਜਾਵੇ ਵੀ ਸਾਈਜ਼ ਆ ਜਿਹੜਾ ਸਾਈਜ਼ ਵੀ ਕੁਝ ਖਾਸ ਫਰਕ ਨਹੀਂ ਲੱਗ ਰਿਹਾ, ਆਲਮੋਸਟ ਸੇਮ ਹੀ ਹੈ। ਪਰ ਇਹ ਤਾਂ ਹੁਣ ਖਾਣ ਵਾਲਾ ਹੀ ਦੱਸ ਸਕਦਾ ਵੀ ਇਹਦੇ ਟੇਸਟ ਜਾਂ ਉਹਦੇ 'ਚ ਕੀ ਫਰਕ ਹੈ, ਕਿਉਂਕਿ ਆਪਾਂ ਇਹਦੇ ਬਾਰੇ ਕੁਝ ਜ਼ਿਆਦਾ ਕਹਿ ਨਹੀਂ ਸਕਦੇ, ਕਿਉਂਕਿ ਹਰ ਇੱਕ ਦਾ ਆਪਣੀ ਆਪਣੀ ਪਸੰਦ ਹੁੰਦੀ ਆ। ਸੋ ਤੁਸੀਂ ਹੁਣ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਇਸ ਭੱਠੀ ਦੇ ਵਿੱਚ ਇਸ ਦੀ ਵਿਧੀ ਕੀ ਹੈ ਵੀ ਇੱਕ ਜਿਹੜਾ ਸੈਂਚਾ ਇਹਨਾਂ ਦਾ ਤਿਆਰ ਕੀਤਾ ਟਰਾਲੀ ਟਾਈਪ ਉਹਨੂੰ ਆਪਾਂ ਕਹਿ ਸਕਦੇ ਹਾਂ, ਉਹਦੇ 'ਚ ਟਰੇਆਂ ਰੱਖ ਕੇ ਇਹ ਹੁਣ ਉਹਨੂੰ ਅੰਦਰ ਵੱਲ ਧੱਕ ਰਹੇ ਨੇ ਔਰ ਧੱਕ ਕੇ ਇਹਨੂੰ ਲੋਕ ਲਾ ਦਿੱਤਾ ਜਾਂਦਾ ਔਰ ਬਾਹਰੋਂ ਦਰਵਾਜ਼ਾ ਇਹਦਾ ਇੱਕ ਜਿਵੇਂ ਬੰਦ ਕਰਕੇ, ਸੋ ਇਹਦਾ ਇੱਕ ਟਾਈਮਰ ਲਾਉਣਗੇ। ਸੋ ਇਹਨਾਂ ਨੇ ਬਟਨ ਦੱਬ ਦਿੱਤਾ ਜੀ, ਉਹ ਅੰਦਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉਹ ਰੋਲ ਹੋ ਰਿਹਾ, ਘੁੰਮ ਰਿਹਾ। ਸੋ ਕਿੰਨੀ ਡਿਗਰੀ ਤੇ ਤੁਸੀਂ ਕਿੰਨੀ ਤੇ ਇਹਨੂੰ ਜਿਹੜਾ ਕਿੰਨੀ ਡਿਗਰੀ ਤੇ ਇਹਨੂੰ ਕਰਦੇ ਹੋ ਜੀ? 170 80 ਤੇ 9 ਮਿੰਟ ਦੀ ਪਕਾਈ ਹੈ ਇਹਦੀ। ਅੱਛਾ, ਤੁਸੀਂ ਇਹਦੇ 'ਚ ਟਾਈਮਰ ਲਾ ਦੇਣਾ ਕਿੰਨੇ ਮਿੰਟ ਚੱਲਣਾ ਔਰ ਕਿੰਨੀ ਇਹਦੀ ਉਹ ਜਿਹੜੀ ਆਪਣੇ ਹੀਟ ਦਾ ਟੈਂਪਰੇਚਰ ਆ ਉਸ ਤਰੀਕੇ ਨਾਲ ਇਹਨੇ ਆਪਣੇ ਆਪ ਚੱਲੀ ਜਾਣਾ। ਇਸ ਤੋਂ ਬਾਅਦ ਭੱਠੀ ਬੰਦ ਹੋ ਜਾਂਦੀ ਹੈ ਜਦੋਂ 180 ਦਾ ਟੈਂਪਰੇਚਰ ਹੋ ਗਿਆ ਨਾ, ਭੱਠੀ ਆਟੋਮੈਟਿਕ ਹੀ ਬੰਦ ਹੋ ਜਾਣੀ ਆ। ਟਾਈਮ ਪੂਰਾ ਹੋ ਗਿਆ, ਅਲਾਰਮ ਵੱਜਿਆ ਨਵਾਂ, ਉਸ ਤੋਂ ਬਾਅਦ ਅਲਾਰਮ ਵੱਜ ਗਿਆ, ਟਰਾਲੀ ਬਾਹਰ। ਇਹ ਟਰਾਲੀ ਫਿਰ ਤੁਸੀਂ ਕਿੰਨਾ ਚਿਰ ਵੇਟ ਕਰਦੇ ਹੋ ਵੀ ਠੰਡੀ ਹੋਵੇਗੀ ਫਿਰ ਕੱਢੀਏ? ਇਸ ਤਰ੍ਹਾਂ 10-15 ਮਿੰਟ ਲੱਗਦੇ ਠੰਡੀ ਹੋਣ ਨੂੰ। ਜ਼ਿਆਦਾਤਰ ਅਸੀਂ ਪੱਖਾ ਲਾ ਦਿੰਦੇ ਹਾਂ, ਛੇਤੀ ਠੰਡੀ ਹੋ ਜਾਂਦੀ ਹੈ। ਉਸ ਤੋਂ ਛੇਤੀ ਨੂੰ ਗਾਹਕ ਨੂੰ ਛੇਤੀ ਕਰਦਾ, ਆਪਾਂ ਵੀ ਗਾਹਕ ਨੂੰ ਛੇਤੀ ਤੋੜ ਦਿੰਦੇ ਹਾਂ ਉਹਨੂੰ। ਔਰ ਤੁਸੀਂ ਜੇ ਦੇਖਿਆ ਜਾਵੇ ਵੀ ਤੁਸੀਂ ਵੀ ਇਹਨਾਂ ਦੇ ਨਾਲ ਕੰਮ ਕਰਦੇ ਹੋ ਔਰ ਜੇ ਤੁਸੀਂ ਪੁਰਾਣਾ ਯੁੱਗ ਵੀ ਸ਼ਾਇਦ ਦੇਖਿਆ ਹੋਵੇਗਾ। ਹਾਂਜੀ, ਅਸੀਂ ਆਪ 15-20 ਸਾਲ ਭੱਠ ਚਲਾਇਆ, ਇਸ ਤੋਂ ਭੱਠ ਢਾਹ ਕੇ ਇਸ ਸਾਲ ਨਵੇਂ ਸਾਲ ਹੀ ਮਸ਼ੀਨ ਲਾਈ ਅਸੀਂ ਇਸ ਵਾਰ। ਤੇ ਤੁਹਾਨੂੰ ਕੀ ਫਿਰ ਫਰਕ ਲੱਗਿਆ? ਤੁਸੀਂ ਤਾਂ ਹੁਣ ਦੋਨੇ ਯੁੱਗ ਦੇਖ ਲਏ ਜੀ, ਪੁਰਾਣਾ ਤੇ ਨਵਾਂ। ਤੁਹਾਨੂੰ ਇਹ ਚੰਗਾ ਲੱਗਦਾ ਸੀ ਕਿ ਉਹ ਚੰਗਾ ਲੱਗਦਾ ਸੀ? ਉਹਦੇ ਵਿੱਚ ਜ਼ਿਆਦਾ ਦਿੱਕਤ ਇਹ ਤੋਂ ਹੀ ਅੰਦਰ ਅਸੀਂ ਬੈਠ ਨਹੀਂ ਸਕਦੇ, ਖੜ ਨਹੀਂ ਸਕਦੇ ਸੀਗੇ, ਸਾਰੀ ਦੁਕਾਨ ਕਾਲੀ ਹੋ ਜਾਂਦੀ ਸੀ। ਇਹ 'ਚ ਨਾ ਤਾਂ ਕਾਲੀ ਹੋਣੀ ਆ, ਨਾ ਸੇਕ ਆਉਂਦਾ ਵਾ, ਸੇਕ ਅੰਦਰ ਬੰਦ ਹੋ ਜਾਂਦਾ ਇਹਦਾ। ਜਦੋਂ ਲੋੜ ਆ ਉਦੋਂ ਹੀ ਖੋਲ੍ਹਣਾ, ਸੇਕ ਮਾਰਨਾ, ਨਹੀਂ ਸੇਕ ਨਹੀਂ ਹੁੰਦਾ ਇਹ 'ਚੋਂ। ਮਤਲਬ ਜੇ ਫੈਸਿਲਿਟੀ ਦੇ ਤੌਰ ਤੇ ਦੇਖਿਆ ਜਾਵੇ ਵੀ ਉਹਦੇ ਨਾਲੋਂ ਇਹ ਚੰਗਾ ਹੀ ਚੰਗਾ 100 ਗੁਣਾ ਚੰਗਾ ਵੀਰੇ। ਇੱਕ ਤਾਂ ਇਕੱਠਿਆਂ 30 ਟਰੇਆਂ ਲੱਗ ਜਾਂਦੀਆਂ, ਠੀਕ ਹੈ ਜੀ। ਅੱਗੇ ਸਾਡੇ ਕੋਲ ਮਸ਼ੀਨ ਇੱਕ ਲੱਗੀ ਸੀ, ਕੱਢਣ ਲਈ ਹੁਣ 2 ਲਾਤੀਆਂ। ਗਾਹਕ ਨੂੰ ਜ਼ਿਆਦਾਤਰ ਬਹਿਣਾ ਨਹੀਂ ਪੈਂਦਾ ਗਾ, ਨਾ ਹੀ ਟਾਈਮ ਲੱਗਦਾ ਸਾਡੇ ਕੋਲ ਇੰਨਾ, ਨਾ ਹੀ ਗਾਹਕ ਕੋਲੇ ਬਹਿਣ ਦਾ ਟਾਈਮ ਆ। ਆਉਣ ਸਾਰ ਗਾਹਕ ਦੀ ਵਾਰੀ ਪੈ ਜਾਂਦੀ ਆ, ਅੱਧੇ ਘੰਟੇ ਤੋਂ ਪਹਿਲਾਂ ਗਾਹਕ ਨੂੰ ਤੋੜ ਦਿੰਦੇ ਆ। ਠੀਕ ਹੈ ਜੀ, ਧੰਨਵਾਦ ਜੀ। ਸੋ ਤੁਸੀਂ ਜਿਹੜੇ ਬਿਸਕੁਟ ਇਹ ਕਢਾਉਣ ਆਏ ਹੋ, ਤੁਸੀਂ ਆਪਣੇ ਕਿਹਨੂੰ ਬੇਟੀ ਨੂੰ ਦੇਣੇ ਆ ਕਿ ਜੀ ਬੇਟੇ ਨੂੰ? ਹਾਂਜੀ, ਬੇਟੀਆਂ ਨੂੰ ਦੇਣੇ ਆ। ਹਰ ਸਾਲ ਦਿੰਦੇ ਹੋ ਜੀ ਤੁਸੀਂ? ਹਾਂਜੀ, ਹਰ ਸਾਲ ਦਿੰਦੇ ਆ। ਤੁਸੀਂ ਕੀ ਮੰਨਦੇ ਹੋ ਜੀ ਇਹ ਜਿਹੜਾ ਤਿਉਹਾਰ ਜਿਹਦੇ ਵਿੱਚ ਆਪਾਂ ਮਨਾਉਂਦੇ ਆ, ਇਹ ਇੱਕ ਇਹਨੂੰ ਪਿਆਰ ਕਹਿ ਸਕਦੇ ਆ ਜਾਂ ਇਹਨੂੰ ਕੀ ਕਹੋਗੇ ਤੁਸੀਂ? ਇਸ ਤਿਉਹਾਰ ਨੂੰ ਕੀ ਨਾਂ ਦਓਗੇ? ਇਹਨੂੰ ਜੀ ਸੌਣ ਕਹਿੰਦੇ ਨੇ, ਜਿਵੇਂ ਤੀਆਂ ਕੁੜੀਆਂ ਦਾ ਵਿਹਾਰ ਹੁੰਦਾ।
ਤੇ ਸੌਣ ਦਾ ਵੀ ਤਾਂ ਤੀਆਂ ਨਾਲ ਸੰਧਾਰੇ ਆਏ ਹੁੰਦੇ। ਹਾਂਜੀ ਹਾਂਜੀ। ਤੇ ਤੁਸੀਂ ਪਹਿਲਾਂ ਪੁਰਾਣੀ ਤਕਨੀਕ ਨਾਲ ਵੀ ਕਢਾਏ ਹੋਣੇ ਆ ਜੀ ਪੱਠ ਤੇ ਪੁਰਾਣੇ ਤੇ ਇਹਦੇ ਚ ਕੀ ਫਰਕ ਲੱਗਦਾ ਜੀ ਤੁਹਾਨੂੰ? ਇਹ ਜੀ ਵਧੀਆ ਚ ਲੱਗਦੇ ਆ ਤਾਂ ਇੱਥੇ ਕਢਾਉਣੇ ਆ। ਛੇਤੀ ਕੱਢ ਦਿੰਦੇ ਆ ਹਾਂਜੀ ਹਾਂਜੀ ਹਾਂਜੀ। ਉੱਥੇ ਜ਼ਿਆਦਾ ਟਾਈਮ ਲੱਗਦਾ ਜੀ? ਲੱਗਦਾ ਜੀ, ਬਾਰੀਆਂ ਨਹੀਂ ਆਉਂਦੀਆਂ ਤੇ। ਹਾਂਜੀ। ਪਰ ਲੋਕ ਫਿਰ ਵੀ ਜੇ ਦੇਖਿਆ ਜਾਵੇ ਵੀ ਉਧਰ ਨੂੰ ਰੁਝਾਨ ਜ਼ਿਆਦਾ ਕਿ ਇੱਧਰ ਨੂੰ ਰੁਝਾਨ ਜ਼ਿਆਦਾ, ਤੁਸੀਂ ਕੀ ਕਹੋਗੇ ਇਹਦੇ ਬਾਰੇ? ਵੀ ਜਾਨੀ ਹੁਣ ਇੱਧਰ ਮਸ਼ੀਨ ਦੀ ਕਰਕੇ ਛੇਤੀ ਆ ਜਾਂਦੇ, ਉਧਰ ਕੱਟ ਵਾਲਾ ਹੁੰਦਾ ਤੇ ਤਾਂ ਇੱਥੇ ਆ ਗਏ। ਤੇ ਜੇ ਪੈਸੇ ਨੂੰ ਦੇਖਿਆ ਜਾਵੇ ਵੀ ਪੈਸੇ ਉਧਰ ਕੱਟ ਲੈਂਦੇ ਆ ਕਿ ਇੱਧਰ ਕੱਟ ਲੈਂਦੇ ਆ ਕਿ ਠੀਕ ਹੀ ਲੈਂਦੇ ਆ? ਵੈਸੇ ਇੱਕੋ ਜਿਹੀ ਆ, ਇੱਕੋ ਜਿਹੀ ਆ, ਸਾਰੇ ਕਿਹੜਾ ਇੱਕੋ ਜਿਹੀ ਆ। ਵੀ ਜੇ ਅੱਜ ਦੇ ਯੁੱਗ ਨੂੰ ਆਪਾਂ ਨਵੇਂ ਯੁੱਗ ਨੂੰ ਦੇਖਿਆ ਜਾਵੇ ਵੀ ਟਾਈਮ ਘੱਟ ਲੱਗਦਾ, ਜਿਹਦੇ ਵਿੱਚ ਇਨਸਾਨ ਕੋਲ ਟਾਈਮ ਹੈ ਨਹੀਂ, ਉਸ ਤਰੀਕੇ ਨਾਲ ਦੇਖਿਆ ਜਾਵੇ ਤੁਸੀਂ ਫਿਰ ਇਹਨੂੰ ਚੰਗਾ ਕਹੋਗੇ? ਹਾਂਜੀ ਚੰਗਾ ਕਹਾਂਗੇ। ਮਿਹਰਬਾਨੀ ਜੀ। ਤੇ ਤੁਸੀਂ ਜਿਹੜਾ ਇਹ ਸਾਉਣ ਮਹੀਨੇ ਦੇ ਵਿੱਚ ਸੰਧਾਰੇ ਦਾ ਜਿਹੜੀ ਰੀਤ ਆ ਜੀ, ਇਹਦੇ ਬਾਰੇ ਤੁਸੀਂ ਕੀ ਕਹੋਗੇ ਵੀ ਇਹ ਕਿਉਂ ਚੱਲਿਆ ਸੀ ਔਰ ਕੀ ਇਹਦੀ ਵਜ੍ਹਾ ਕੀ ਸੀ ਚੱਲਣ? ਇਹ ਸਾਉਣ ਦੇ ਮਹੀਨੇ ਇੱਕ ਸਾਲ 'ਚ ਦਿਨ ਹੁੰਦਾ, ਸਾਲ ਬਾਅਦ ਕੁੜੀਆਂ ਆ ਜਾਂਦੀਆਂ ਸੀ, ਆ ਕੇ ਨਏ ਤੀਆਂ ਲੱਗਦੀਆਂ, ਮਿਲਣ ਆ ਜਾਂਦੀਆਂ ਸੀਗੀਆਂ, ਆਪਦੇ ਪੇਕੀਆਂ ਆਉਂਦੀਆਂ ਸੀ ਸਾਲ ਬਾਅਦ। ਉਦੋਂ ਆਪਣੇ ਵਰਗੇ ਸਾਧਨ ਹੈ ਨਹੀਂ ਸੀ, ਸਮੇਂ ਇਹੋ ਜਿਹੇ ਸੀਗੇ, ਉਹ ਸਾਲ ਬਾਅਦ ਟਾਈਮ ਲੱਗਦਾ ਸੀ। ਆ ਗਈਆਂ ਫਿਰ ਮਾਂ ਪਿਓ ਨੇ ਜਾਣਾ ਮਿਲਣ, ਸੰਧਾਰਾ ਲੈ ਕੇ ਜਾਣਾ ਵੀ ਚੱਲ ਨਾ ਮਿਲ ਆਵਾਂਗੇ, ਟਾਈਮ ਹੀ ਸਾਲ ਬਾਅਦ ਲੱਗਦਾ ਸੀ। ਉਦੋਂ ਕੰਮ ਦੇ ਵਿੱਚ ਇੰਨੇ ਟਾਈਮ, ਹੁਣ ਤਾਂ ਸਾਧਨ ਆਪੋ ਆਪਣੇ ਅਗਲਾ ਰੋਜ਼ ਜਾ ਵੜਦਾ। ਹੋਰ ਸਾਉਣ ਦੇ ਮਹੀਨੇ ਦਾ ਕੋਈ ਮਤਲਬ ਇਹ ਨਹੀਂ ਸੀ ਹੈ ਵੀ ਸਾਉਣ 'ਚ ਹੀ ਜਾਣਾ, ਉਹ ਜਾਣਦੀ ਇੱਕ ਟਾਈਮ ਬਣ ਗਿਆ ਵੀ ਆਪਾਂ ਨੇ ਮਿਲਿਆ। ਹਾਂ ਬਸ ਉਹੀ ਚੀਜ਼ ਬਣ ਗਈ ਇਹ ਕੁੜੀਆਂ ਪਿੰਡ 'ਚ ਆ ਕੇ ਮਿਲ ਗਈਆਂ, ਆਪੋ ਵਿੱਚ ਇਕੱਠੀਆਂ ਹੋ ਜਾਂਦੀਆਂ, ਕੁੜੀਆਂ ਇਕੱਠੀਆਂ ਹੋ ਜਾਂਦੀਆਂ, ਗੱਲਾਂ ਬਾਤਾਂ ਕਰਦੀਆਂ ਇਕੱਠੀਆਂ ਹੋ ਕੇ। ਫਿਰ ਜਦੋਂ ਸਾਲ ਬਾਅਦ ਅਗਲਾ ਸੰਧਾਰਾ ਲੈ ਕੇ ਜਾਂਦਾ, ਕੁੜੀਆਂ ਨੂੰ ਮਿਲ ਕੇ ਆਉਂਦਾ, 10 ਰੁਪਈਏ ਵੀ ਦੇ ਕੇ ਆਉਂਦਾ। ਨਹੀਂ ਉਹ ਚਲੋ ਇਹ ਇੱਕ ਦਿਨ ਦੀ ਬਣੀ ਹੋਈ ਰੁਟੀਨ ਚੱਲੀ ਆਉਂਦੀ ਹੈ। ਜਿਵੇਂ ਅਸੀਂ ਜੀ ਹੁਣ ਪੁਰਾਣਾ ਯੁੱਗ ਨਵਾਂ ਯੁੱਗ ਜਿਹਨੂੰ ਕਹਿ ਦਈਏ ਦੇਖ ਲਿਆ, ਵੀ ਇੱਕ ਭੱਠ ਚੱਲਦਾ ਉਹ ਵੀ ਦੇਖ ਲਿਆ, ਇੱਕ ਨਵਾਂ ਮਸ਼ੀਨ ਆ ਗਈ ਇਹ ਵੀ ਦੇਖ ਲਿਆ। ਤੇ ਉਸੇ ਤਰੀਕੇ ਨਾਲ ਜਿਵੇਂ ਤੁਸੀਂ ਕਿਹਾ ਵੀ ਜਿਹੜੇ ਸਾਧਨ ਹੈ, ਵੀ ਜੇ ਹੁਣ ਸਾਧਨ ਆ ਗਏ, ਚਾਹੇ ਉਹ ਟੈਲੀਫੋਨ ਕਹਿ ਲਈਏ, ਚਾਹੇ ਗੱਡੀਆਂ ਕਹਿ ਲਈਏ, ਵੀ ਝੱਟ ਬੰਦਾ ਪਹੁੰਚ ਜਾਂਦਾ ਜਾਂ ਫੋਨ ਤੇ ਹੀ ਹਾਲ ਚਾਲ ਪੁੱਛ ਲੈਂਦਾ, ਮਿਲਣ ਮਰਾਉਣ ਪਿਆਰ ਘਟ ਗਿਆ। ਉਹ ਟਾਈਮ ਚੰਗਾ ਸੀ ਕਿ ਆਹ ਟਾਈਮ ਚੰਗਾ? ਨਹੀਂ, ਉਹ ਟਾਈਮ ਚੰਗਾ ਸੀ, ਉਦੋਂ ਪਿਆਰ ਸੀ, ਅਗਲਾ ਜਾਂਦਾ ਸੀ, ਗਾਂ ਵਾਲਾ ਵਿਚਾਰ ਨਾ ਸਮਝਦਾ ਸੀ। ਹੁਣ ਤਾਂ ਅਗਲਾ ਕਹਿੰਦਾ ਆ ਗਿਆ ਛੇਤੀ ਨਿਕਲੇ ਘਰੋਂ, ਆ ਕਿਉਂ ਗਿਆ? ਉਦੋਂ ਅਗਲਾ 2-2 ਦਿਨ ਰਹਿੰਦਾ ਵੀ ਸੀ, ਜਾਂਦਾ ਸੀ, ਪਿਆਰ ਸੀ, ਮਸਾਂ ਅਗਲਾ ਮਿਲਦਾ ਸੀ। ਹੁਣ ਤਾਂ ਫੋਨ ਤੇ ਅਗਲਾ ਹਾਸਾ ਪੁੱਛ ਲੈਂਦਾ, ਸੁੱਖ ਸਾਂ ਦਾ ਠੀਕ ਆ ਜੀ, ਤੇ ਪਿਆਰ ਕਿੱਥੇ ਰਹਿ ਜੂਗਾ? ਹੁਣ ਸਾਡੇ 'ਚ ਪਿਆਰ ਹੈ ਹੀ ਨਹੀਂ। ਉਦੋਂ ਤੇ ਉਹ ਪ੍ਰੇਮ ਆਹੀ ਸੀ, ਅਗਲਾ ਮਸਾਂ ਹੀ ਮਿਲਦਾ ਸੀ। ਜੇ 2-2 ਦਿਨ ਰਹਿਣਾ ਆ ਜਾਂਦਾ ਸੀ, ਸਾਰੇ ਮਿਲਣ ਦੇ ਫਲਾਨਾ ਦਾ ਪ੍ਰਾਹੁਣਾ ਆ ਗਿਆ ਯਾਰ, ਇੱਜ਼ਤ ਕਰਦੇ ਹੁੰਦੇ ਸੀ। ਹੁਣ ਤਾਂ ਕਹਿੰਦੇ ਸਤਿ ਸ੍ਰੀ ਅਕਾਲ ਜਾ, ਜੇ ਫੋਨ ਚੱਲ ਪਏ ਉਹਨਾਂ ਕੇਅਰ ਨਹੀਂ ਕਰਦੇ। ਹੁਣ ਤਾਂ ਹੁਣ ਇੱਥੇ ਪਤਾ ਨਹੀਂ ਲੱਗਣਾ ਵੀ ਕਿ ਸਾਡੇ ਗੁਆਂਢੀਆਂ ਦਾ ਪ੍ਰਾਹੁਣਾ ਆ ਗਿਆ। ਉਦੋਂ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਸੀ ਪ੍ਰਾਹੁਣਾ ਆਇਆ ਫਲਾਨਿਆਂ ਦਾ। ਹੁਣ 2 ਦਿਨ ਰਹਿਣਾ ਆਇਆ ਕਿਤੇ, ਹਰੇਕ ਨੇ ਮਿਲਣਾ। ਉਹ ਸਮਾਂ ਇਹੋ ਜਿਹਾ ਚੰਗਾ ਸੀ, ਸਮਾਂ ਵਧੀਆ ਸਮਾਂ ਉਹ ਸੀ ਅਸਲੀ। ਸਮਾਂ ਮਾੜਾ ਕਹਿ ਸਕਦੇ ਆ ਜੀ, ਹੁਣ ਵੀ ਸੈਮ ਮਾੜਾ ਕਲਯੁੱਗ ਜਿਹਨੂੰ ਕਹਿ ਦਈਏ ਵੀ ਆ ਗਿਆ। ਹਾਂ, ਇਹ ਕਲਯੁੱਗ ਆ ਹੁਣ, ਤੇ ਉਹ ਪ੍ਰੇਮ ਨਹੀਂ ਹੈ। ਤਾਂ ਬਸ ਆਹੀ ਆ ਵੀ ਠੀਕ ਆ, ਤੁਰੀ ਫਿਰਦੀ ਦੁਨੀਆ ਦਿੰਦੀ ਆ, ਪਰ ਤੇ ਉਹ ਪ੍ਰੇਮ ਤਾਂ ਹੈ ਨਹੀਂ ਕਿਸੇ 'ਚ। ਜਿਵੇਂ ਅਸੀਂ ਸ਼ਹਿਰਾਂ 'ਚ ਸੁਣਦੇ ਆ ਜੀ ਤੇ ਉਹ ਪ੍ਰੇਮ ਹੈ ਨਹੀਂ, ਤੇ ਪਿੰਡਾਂ 'ਚ ਵੀ ਹੁਣ ਇਹੀ ਹਾਲ ਅੱਜ ਕੱਲ੍ਹ ਜੀ? ਪਿੰਡਾਂ 'ਚ ਵੀ ਇਹੀ ਹਾਲ ਆ, ਪਿੰਡਾਂ 'ਚ ਵੀ ਇਹੀ ਹਾਲ ਆ। ਹੁਣ ਕੋਈ ਨਹੀਂ ਇੱਕ ਦਿਨ ਵੀ ਤੂੰ ਕੋਈ ਰਾਤ ਰਹਿੰਦਾ, ਕੋਈ ਰਾਤ ਨਹੀਂ ਰਹਿੰਦਾ ਹੁਣ ਕਿਤੇ ਜਾ ਕੇ। ਅੱਗੇ ਕਾਹਤੋਂ ਰਹਿੰਦੇ ਸੀ? ਅੱਗੇ ਅਗਲਾ ਰੱਖਦਾ ਸੀ, ਹੁਣ ਕੋਈ ਰੱਖ ਕੇ ਨਹੀਂ ਰਾਜੀ। ਅਗਲਾ ਕਹਿੰਦਾ ਕਿ ਚਾਹ ਪੀਤੀ ਚੱਲ ਬਈ ਬਸ ਘਰੇ। ਹੁਣ ਹੈ ਨਹੀਂ ਟਾਈਮ ਹੀ, ਨਾ ਕੋਈ ਰਵੇ ਤੇ ਨਾ ਕੋਈ ਰੱਖੇ, ਵੀ ਰੱਖਦਾ ਨਹੀਂ ਕੋਈ, ਰਹਿੰਦਾ ਵੀ ਹੈ ਨਹੀਂ। ਉਹ ਚੀਜ਼ ਹੈ। ਠੀਕ ਆ ਜੀ, ਮਿਹਰਬਾਨੀ ਜੀ। ਸੋ ਤੁਸੀਂ ਦੇਖਿਆ ਬਈ, ਤੁਹਾਨੂੰ ਅਸੀਂ ਅੱਜ ਚਾਹੇ ਪੁਰਾਣਾ ਯੁੱਗ ਕਹਿ ਦਈਏ ਤੇ ਚਾਹੇ ਨਵਾਂ ਯੁੱਗ, ਤੁਹਾਨੂੰ ਅਸੀਂ ਦੋਨਾਂ ਯੁੱਗਾਂ ਨਾਲ ਜਿੱਥੇ ਰੂਬਰੂ ਕਰਾਇਆ, ਉੱਥੇ ਹੀ ਤੁਹਾਨੂੰ ਕੁਝ ਜਿਹੜੇ ਸਿਆਣੇ ਕਹਿ ਦਈਏ, ਚਾਹੇ ਉਹਨਾਂ ਦੇ ਵਿੱਚ ਮਾਤਾਵਾਂ ਹੋਣ, ਚਾਹੇ ਸਾਡੇ ਬਜ਼ੁਰਗ ਹੋਣ, ਉਹਨਾਂ ਨੂੰ ਅਸੀਂ ਜਿਵੇਂ ਪੁੱਛਿਆ ਵੀ ਕੀ ਜਿਹੜਾ ਪੁਰਾਣਾ ਟਾਈਮ ਚੰਗਾ ਸੀ ਜਾਂ ਨਵਾਂ, ਉਹਨਾਂ ਨੇ ਕਿਹਾ ਵੀ ਪੁਰਾਣਾ ਟਾਈਮ ਜਿਵੇਂ ਚੰਗਾ ਸੀ, ਉਵੇਂ ਹੀ ਜਿਹੜੇ ਭੱਠੀਆਂ ਤੇ ਜਿਵੇਂ ਆਪਾਂ ਬਿਸਕੁਟ ਬਣਦੇ ਦੇਖਿਆ ਵੀ ਇੱਕ ਬੰਦਾ ਤਪ ਕੇ ਦਿਨ ਰਾਤ ਮਿਹਨਤ ਕਰਕੇ ਬਣਾਉਂਦਾ, ਤੇ ਦੂਸਰੇ ਪਾਸੇ ਅਸੀਂ ਇਹ ਦੇਖਿਆ ਵੀ ਇੱਕ ਸੁੱਚ ਦੱਬੀ ਜਾਂਦੀ ਹੈ ਜਿਹਦੇ ਵਿੱਚ ਪਲੱਗ ਲਾਇਆ ਜਾਂਦਾ ਤੇ ਉਹਦੇ 'ਚ ਟਾਈਮਰ ਫਿੱਟ ਕਰਕੇ ਵੀ ਬਿਸਕੁਟ ਬਾਹਰ ਆ ਜਾਂਦੇ ਨੇ। ਹੁਣ ਆਪਾਂ ਮਸ਼ੀਨੀ ਯੁੱਗ ਤੇ ਪੁਰਾਣੇ ਯੁੱਗ ਤੇ ਨਵੇਂ ਯੁੱਗ ਨੂੰ, ਇਹ ਮਸ਼ੀਨੀ ਯੁੱਗ ਜਿਹੜਾ ਅੱਜ ਦਾ ਆ ਗਿਆ, ਇਹ ਕਿਸੇ ਲਈ ਵਧੀਆ ਔਰ ਕਿਸੇ ਲਈ ਮਾੜਾ, ਕਿਉਂਕਿ ਜ਼ਿਆਦਾਤਰ ਜਿਹੜਾ ਪਿਆਰ ਦੇਖਣ ਨੂੰ ਪੁਰਾਣੇ ਟਾਈਮਾਂ 'ਚ ਹੀ ਮਿਲਦਾ ਸੀ, ਨਵੇਂ ਟਾਈਮਾਂ 'ਚ ਨਹੀਂ ਮਿਲਦਾ। ਸੋ ਉਮੀਦ ਹੈ ਤੁਹਾਨੂੰ ਸਾਡੀ ਇਹ ਜਿਹੜੀ ਨਿੱਕੀ ਜਿਹੀ ਕੋਸ਼ਿਸ਼ ਆ ਪਸੰਦ ਆਈ ਹੋਵੇਗੀ। ਸੋ ਕੈਮਰਾਮੈਨ ਦੇਸ਼ਰਾਜ ਆਸ਼ੂ ਦੇ ਨਾਲ ਭੁਪਿੰਦਰ ਗਰੇਵਾਲ, ਡੇਲੀ ਪੋਸਟ, ਲੁਧਿਆਣਾ।